ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਚਰਚਾ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਕੁਝ ਦਿਨ ਹੋ ਗਏ, ਇੱਕ ਇੰਟਰਵਿਊ ਬਹੁਤ ਵਾਇਰਲ ਹੋ ਰਹੀ ਹੈ ਸਤਿਆਪਾਲ ਮਲਿਕ, ਜੋ ਕਿ ਆਖਰੀ ਗਵਰਨਰ ਨੇ ਜੰਮੂ ਐਂਡ ਕਸ਼ਮੀਰ ਦੇ। ਜੰਮੂ ਐਂਡ ਕਸ਼ਮੀਰ ਨੂੰ ਤੋੜ ਦਿੱਤਾ ਗਿਆ, ਯੂਨੀਅਨ ਟੈਰੀਟਰੀ ਬਣਾ ਦਿੱਤੀ ਗਈ। ਹੁਣ ਉੱਥੇ ਕੋਈ ਗਵਰਨਰ ਨਹੀਂ, ਇਹ ਲਾਸਟ ਗਵਰਨਰ ਰਹੇ ਨੇ ਸਤਿਆਪਾਲ ਮਲਿਕ। ਉਹਨਾਂ ਦੀ ਇੱਕ ਇੰਟਰਵਿਊ BJP ਤੋਂ ਹੀ ਨੇ ਤੇ ਕਾਫੀ ਕੁਝ ਉਹਨਾਂ ਨੇ ਖੁਲਾਸਾ ਕੀਤਾ ਜਦੋਂ ਉਹ ਗਵਰਨਰ ਸੀ। ਪੁਲਵਾਮਾ ਉਹਨਾਂ ਦੇ ਉੱਥੇ ਕਾਰਜਕਾਲ ਦੇ ਦੌਰਾਨ ਹੋਇਆ। 370 ਆਰਟੀਕਲ ਦਾ ਟੁੱਟਣਾ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਹੋਇਆ। ਇਹਦੇ ਪਿੱਛੇ ਦੀ ਸੱਚਾਈ ਕੀ ਹੈ, ਪੁਲਵਾਮਾ ਦੀ ਸੱਚਾਈ ਕੀ ਹੈ, ਇਹ ਸਾਰੀਆਂ ਗੱਲਾਂ ਉਹਨਾਂ ਨੇ ਇੱਕ ਇੰਟਰਵਿਊ 'ਚ ਕੀਤੀਆਂ ਨੇ। ਤੇ ਮਾਹਿਰ ਮੰਨਦੇ ਨੇ ਕਿ ਇਸ ਦੇ ਨਾਲ ਸੈਂਟਰ ਗਵਰਨਮੈਂਟ ਦੇ ਵਿੱਚ ਇੱਕ ਭੁਚਾਲ ਦੀ ਸਥਿਤੀ ਬਣ ਗਈ ਹੈ, ਕਿਉਂਕਿ ਉਹਨਾਂ ਨੇ ਇੰਟਰਵਿਊ ਦੇ ਵਿੱਚ ਕੁਝ ਗੱਲਾਂ ਇਹੋ ਜਿਹੀਆਂ ਕਹੀਆਂ ਨੇ BJP ਦੇ ਹੋਣ ਦੇ ਬਾਵਜੂਦ ਵੀ, ਜੋ BJP ਨੂੰ ਸੂਟ ਨਹੀਂ ਕਰਦੀਆਂ। ਕਾਂਗਰਸ ਦੀ ਉਹਨਾਂ ਨੇ ਪ੍ਰਸ਼ੰਸਾ ਕੀਤੀ ਹੈ, ਪ੍ਰੇਜ਼ ਕੀਤੀ ਹੈ, ਰਾਹੁਲ ਗਾਂਧੀ ਦੀ ਵੀ। ਸੋ ਇਹ तमाम ਗੱਲਾਂ ਨੇ ਜਿਨ੍ਹਾਂ ਬਾਰੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਪੋਲੀਟੀਕਲ ਐਨਾਲਿਸਟ ਮਨਜੀਤ ਸਿੰਘ ਜੀ। ਵੈਲਕਮ ਟੂ ਪੰਜਾਬ ਚਰਚਾ ਮਨਜੀਤ ਜੀ। ਬਹੁਤ ਬਹੁਤ ਧੰਨਵਾਦ ਜਸ ਖੰਨਾ ਜੀ। ਸੋ ਸਤਿਆਪਾਲ ਮਲਿਕ ਜੀ ਕਹਿੰਦੇ ਨੇ ਕਿ ਮੈਂ ਸੇਫਟੀ ਨਾਲ ਕਹਿ ਸਕਦਾ ਕਿ PM ਨੂੰ ਕਰਪਸ਼ਨ ਤੋਂ ਕੋਈ ਬਹੁਤ ਜ਼ਿਆਦਾ ਨਫ਼ਰਤ ਨਹੀਂ ਹੈ। ਇੱਕ ਜਗ੍ਹਾ ਉਹ ਇਹ ਵੀ ਕਹਿੰਦੇ ਨੇ ਕਿ PM ਜੋ ਨੇ ਉਹ ਇਲ ਇਨਫੋਰਮਡ ਨੇ ਕਈ ਮੈਟਰਸ ਦੇ ਉੱਤੇ, कश्मीर ਦੇ ਮੈਟਰ ਦੇ ਉੱਤੇ मस्त हैं अपने आप में। मतलब ये एक अलग जी आवाज़ जो साढ़े सामने आ रही है, जो सत्यपाल मलिक जी अपनी इंटरव्यू कह रहे हैं। तुसीं भी ये इंटरव्यू देखी होएगी मनजीत जी। सो की ख्याल है, वाकई ये भुचाल ले आएगी सेंट्रल गवर्नमेंट दे विच ये इंटरव्यू? देखो थोड़ा नहीं, उन्होंने बहुत गल्लां ते कमेंट कीता ते हर गल जिहड़ी आ वो अपने आप च एक भंगियां वाली तोप दा गोला। बिल्कुल पुलवामा दे सारी वो गल तो लैके उत्थे जिहड़े जिवें होया किवें उन्हां ने उदों दे गृह मंत्री राजनाथ सिंह नूं जिम्मेवार ठहराया, किवें उत्थे अपनी भी जिहड़ी कमी पेशी सी उहनूं भी मन्निया। ये गल जिहड़ी तुसीं कहणी कही है कि प्रधान मंत्री एवें मारदे आ बड़ियां बड़ियां गल्लां कि कोई साडे इत्थे करप्शन नहीं, भ्रिष्टाचार करके कोई दिखाए। उन्हां ने दो एग्जाम्पल दे के एक 300 करोड़ वाला जिहड़ा उन्हां नूं ऑफर होई सीगी उत्थे गवर्नर दे जदों ये जम्मू कश्मीर सी, ते एक जदों गवर्नर इत्थों बदल के गोवा लाए गए सीगे। गोवा दे विच उन्हां ने जदों रिपोर्ट कीती कि आ बंदे इस तरीके नाल भ्रष्टाचार वड्डे पद्धर ते आ, ते जिस बंदे तो कन्फर्म कीता प्रधानमंत्री ने कि इत्थे भ्रष्टाचार नहीं, असल च ਉਹੀ ਭ੍ਰਿਸ਼ਟਾਚਾਰ ਦਾ ਉੱਥੇ ਕੇਂਦਰ ਬਿੰਦੂ ਸੀ ਤੇ 7-8 ਦਿਨਾਂ ਚ ਉੱਥੋਂ ਉਹਨਾਂ ਨੂੰ ਟ੍ਰਾਂਸਫਰ ਕਰ ਦਿੱਤਾ ਗਿਆ, ਉਹ ਵੀ ਇੱਕ ਟੁੱਟੇ ਜਹਾਜ਼ ਤੇ। ਹੁਣ ਇਹ ਗੱਲਾਂ ਜਿਹੜੀਆਂ ਉਹਨਾਂ ਦੀਆਂ ਕਹਿਣੀਆਂ, ਮੈਂ ਤੇ ਕਹਿਣਾ ਕਿ ਮੈਨੂੰ ਤੇ ਤਕਰੀਬਨ ਮੈਂ ਬਹੁਤ ਹੀ ਕੋਈ ਵੀ ਇੰਟਰਵਿਊ ਏਡੀ ਲੰਮੀ ਇੰਟਰਵਿਊ 1 ਘੰਟਾ 9 ਮਿੰਟ ਦੀ ਹੈ, ਉਸ ਨੂੰ ਸੁਣਨਾ। ਪਰ ਕਰਨ ਥਾਪਰ ਤੁਹਾਨੂੰ ਪਤਾ ਹੈ ਉਹ ਸ਼ਖਸ ਹੈਗੇ ਜਿਨ੍ਹਾਂ ਨੇ ਵਾਇਰ ਦੇ ਲਈ ਇਹ ਸਾਰਾ ਕੀਤੀ ਹੈ ਇੰਟਰਵਿਊ। ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਇੱਕ ਵਾਰੀ ਇੰਟਰਵਿਊ 'ਚ ਬਿਠਾਇਆ ਸੀ ਤੇ ਪ੍ਰਧਾਨ ਮੰਤਰੀ ਨੇ ਜਦੋਂ 5-7 ਤਿੱਖੇ ਸਵਾਲ ਪੁੱਛੇ ਤੇ ਪ੍ਰਧਾਨ ਮੰਤਰੀ ਦਾ ਸਾਹ ਫੁੱਲ ਗਿਆ। ਕਹਿੰਦਾ ਪਾਣੀ ਦਾ ਗਲਾਸ ਫੜਾਇਓ ਜੀ। ਪਾਣੀ ਦਾ ਗਲਾਸ ਫੜਾਇਆ, ਫਿਰ ਇਹ ਲਾ ਦਿੱਤਾ ਆਪਣੇ ਕੁੰਡੀ ਜਿਹੜੀ ਆ ਮਤਲਬ ਮਾਈਕ ਹੁੰਦਾ, ਇਹ ਲਾ ਦਿੱਤਾ। ਕਹਿੰਦਾ ਫਿਰ ਮਿਲਾਂਗੇ। ਉੱਥੇ ਕੈਮਰਾ ਤੇ ਚੱਲ ਹੀ ਰਿਹਾ ਸੀ ਤੇ ਉਹ ਜਾਣੀ ਇੰਟਰਵਿਊ ਵਿੱਚੋਂ ਛੱਡ ਕੇ ਭੱਜ ਗਏ। ਇਹ ਉਹ ਕਰਨ ਥਾਪਰ ਆ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅੱਧ ਵਿਚਾਲੇ ਇੰਟਰਵਿਊ ਛੱਡ ਕੇ ਭੱਜਣ ਲਈ ਮਜਬੂਰ ਕੀਤਾ ਸੀਗਾ। ਉਹਨਾਂ ਤੇ ਹੀ ਅੱਜ ਸਤਪਾਲ ਮਲਿਕ ਉਹਨਾਂ ਨਾਲ ਇੰਟਰਵਿਊ ਕਰਕੇ ਕਰਨ ਥਾਪਰ ਨੇ ਜਿਸ ਢੰਗ ਦੇ ਨਾਲ ਐਨ ਸਾਫ ਸੁਥਰੀ, ਜੇ ਕਿਤੇ ਮਾੜਾ ਮੋਟਾ ਵੀ ਮਿੱਟੀ ਦਾ ਨਿਸ਼ਾਨ ਕਿਤੇ ਹੋਵੇ ਉਹ ਨਾਲੋਂ ਨਾਲ ਹੀ ਪੋਚਾ ਮਾਰ ਕੇ ਸਾਫ਼ ਕਰਕੇ ਸ਼ੀਸ਼ੇ ਵਾਂਗੂ ਸਾਰੀ ਕਹਾਣੀ ਲਿਸ਼ਕਾ ਕੇ ਰੱਖ ਲਈ ਹੈ। ਤੇ ਜੇ ਕਹੋ ਤੇ ਕੱਲਾ ਕੱਲਾ ਮੁੱਦਾ ਆਪਾਂ ਛੇੜ ਲਈਏ ਜੋ ਉਸ ਇੰਟਰਵਿਊ 'ਚ ਆਇਆ। ਜੀ ਕਿਉਂ ਨਹੀਂ, ਪਹਿਲਾਂ ਪੁਲਵਾਮਾ ਤੋਂ ਹੀ ਸ਼ੁਰੂ ਕਰਦੇ ਹਾਂ ਜੀ ਮਨਜੀਤ ਜੀ। ਪੁਲਵਾਮਾ ਤੋਂ ਹੀ ਸ਼ੁਰੂ ਕਰਦੇ ਹਾਂ। ਬਿਲਕੁਲ ਪੁਲਵਾਮਾ ਤੋਂ। ਉਹਨਾਂ ਦਾ ਪੁਲਵਾਮਾ ਬਾਰੇ ਸਾਫ਼ ਕਹਿਣਾ ਹੈਗਾ ਕਿ ਮੈਂ ਉਦੋਂ ਉੱਥੇ ਗਵਰਨਰ ਸੀ
ਔਰ ਉੱਥੇ ਇੱਕ ਕਾਰ ਜਿਹਦੇ ਵਿੱਚ 300 ਕਿਲੋ RDX ਜਿਹੜਾ ਕੁਦਰਤੀ ਆ ਕਿ ਬਾਹਰੋਂ ਆਇਆ ਹੋਊਗਾ, ਇੱਥੇ ਤੇ ਇੰਨਾ ਉਹਨਾਂ ਨੂੰ ਅਵੇਲੇਬਲ ਨਹੀਂ ਹੋਊ, ਕਾਰ 10-12 ਦਿਨ ਉੱਥੇ ਘੁੰਮਦੀ ਰਹੀ ਜੀ। ਔਰ ਇਹ ਸਾਡੀਆਂ ਇੰਟੈਲੀਜੈਂਸ ਏਜੰਸੀਆਂ ਦਾ ਫੇਲਰ ਸੀ ਕਿ ਉਹਨੂੰ ਕਿਤੇ ਵੀ ਪਤਾ ਨਹੀਂ ਲੱਗ ਸਕਿਆ। ਫਿਰ ਏਡੀ ਵੱਡੀ ਗਿਣਤੀ 'ਚ ਜੰਮੂ ਥੱਲੇ ਵਾਲੇ ਬੇਸ ਤੋਂ ਜੰਮੂ ਦੇ ਰਾਹੀਂ ਕਸ਼ਮੀਰ 'ਚ ਉਦੋਂ ਆਪਣੀ ਮਿਲਟਰੀ ਨੂੰ ਪਹੁੰਚਾਉਣਾ, ਜਿਹੜੇ ਡਿਫੈਂਸ ਫੋਰਸਿਸ ਨੂੰ ਕਸ਼ਮੀਰ ਵੈਲੀ ਤੱਕ ਪਹੁੰਚਾਉਣਾ, ਉਹਨਾਂ ਦੇ ਜਿਹੜੇ ਹੈੱਡ ਸੀਗੇ ਡਿਫੈਂਸ ਫੋਰਸਿਸ ਦੇ, ਉਹਨਾਂ ਨੇ ਲਿਖਿਆ ਸੀ ਕਿ ਇਹ ਖਤਰੇ ਤੋਂ ਖਾਲੀ ਨਹੀਂ, ਇਹ ਕਦੀ ਇੰਜ ਹੁੰਦਾ ਨਹੀਂ ਕਿ ਆਪਾਂ ਬਾਈ ਰੋਡ ਪਹੁੰਚਾਈਏ, ਆਪਾਂ 에ਅਰ ਲਿਫਟ ਕਰ ਲੈਨੇ ਆ, 5 ਜਹਾਜ਼ ਚਾਹੀਦੇ ਆ ਤੇ ਬੜੇ ਆਰਾਮ ਨਾਲ ਸੇਫਲੀ ਚਲੇ ਜਾਣਗੇ। ਉਹ ਰਾਜਨਾਥ ਸਿੰਘ ਹੁਣੀ ਉਦੋਂ ਹੋਮ ਮਿਨਿਸਟਰ ਸੀ, ਉਹਨਾਂ ਨੇ ਨਾ ਕਰ ਦਿੱਤੀ। ਹੁਣ ਕੀ ਇਹ ਉਹਨਾਂ ਨੇ ਆਪਣੇ ਪੱਧਰ ਤੇ ਨਾ ਕੀਤੀ ਕਿ ਜਾਂ ਪ੍ਰਧਾਨ ਮੰਤਰੀ ਤੋਂ ਵੀ ਸਲਾਹ ਲੈ ਕੇ ਕੀਤੀ ਹੈ, ਤੇ ਉਹ ਆਪਸ ਵਿੱਚ ਜਾਣਨ, ਪਰ ਨਾ ਹੋ ਗਈ। ਤੇ ਮਲਿਕ ਸਾਹਿਬ ਦਾ ਇਹ ਦਾਅਵਾ ਸੀ ਕਿ ਜੇ ਉਹਨਾਂ ਨੂੰ ਉਦੋਂ ਲਿਫਟ ਕਰ ਲਿਆ ਜਾਂਦਾ ਜਾਂ ਉਹ ਹੁੰਦੇ ਉਹਦੀ ਜਗ੍ਹਾ, ਜਾਂ ਉਹਨਾਂ ਨੂੰ ਪੁੱਛਿਆ ਹੀ ਹੁੰਦਾ ਐਜ਼ ਏ ਗਵਰਨਰ ਵੀ, ਤਾਂ ਉਹ 5 ਜਹਾਜ਼ ਕਿਸੇ ਵੀ ਤਰੀਕੇ ਨਾਲ ਪ੍ਰੋਵਾਈਡ ਕਰ ਦਿੰਦੇ ਔਰ ਇਹ ਵੱਡਾ ਨੁਕਸਾਨ ਸਾਡਾ ਬਚ ਜਾਂਦਾ। ਤੇ ਇਸ ਲਈ ਉਹ ਬਿਲਕੁਲ ਕਲੀਅਰਲੀ ਇਹਦੀ ਜ਼ਿੰਮੇਵਾਰੀ ਹੋਮ ਮਿਨਿਸਟਰੀ, ਜਦੋਂ ਕਿ ਉਸ ਟਾਈਮ ਤੇ ਜਿਹੜੇ ਹੋਮ ਮਿਨਿਸਟਰ ਰਾਜਨਾਥ ਸਿੰਘ ਹੁਣੀ ਸੀਗੇ, ਉਹਨਾਂ ਤੇ ਉਹਨਾਂ ਨੇ ਜ਼ਿੰਮੇਵਾਰੀ ਸੁੱਟੀ ਕਿ ਇਹ ਖੁਦ ਜ਼ਿੰਮੇਵਾਰ ਆ, ਆਪਣੀ ਨਲਾਇਕੀ ਕਰਕੇ, ਆਪਣੀ ਗੈਰ ਜ਼ਿੰਮੇਵਾਰੀ ਕਰਕੇ ਅਸੀਂ ਆਪਣੇ ਫੌਜੀ ਵੀਰਾਂ ਦਾ ਏਡਾ ਵੱਡਾ ਨੁਕਸਾਨ ਕਰਾਇਆ। ਜਿਹੜੀ ਅਗਲੀ ਗੱਲ ਕਹੀ ਉਹਨਾਂ ਨੇ ਉਹ ਹੋਰ ਵੀ ਸੈਂਸੇਸ਼ਨਲ ਹੈਗੀ। ਜੋ ਵੀ ਮੀਡੀਆ ਨੇ ਜਦੋਂ ਪੁੱਛਿਆ ਜਾਂ ਹੋਰ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਉਹੀ ਗੱਲ ਕਹੀ, ਆਪਣੇ ਢੰਗ ਨਾਲ ਕਹੀ ਹੋਊਗੀ, ਉਦੋਂ ਬੜਾ ਜ਼ਿਆਦਾ ਮਾਮਲਾ ਸੀ, ਪਰ ਅਜੀਤ ਡੋਵਾਲ ਜੋ NSA ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਖੰਨਾ ਸਾਹਿਬ ਇਹ ਕਿਹਾ ਕਿ ਤੁਸੀਂ ਚੁੱਪ ਰਹੋ, ਸਾਨੂੰ ਪਤਾ ਅਸੀਂ ਕੀ ਕਰਨਾ, ਤੁਸੀਂ ਇਹਦੇ ਬਾਰੇ ਆਪਣਾ ਮੂੰਹ ਬੰਦ ਰੱਖੋ। ਉਹ ਕੀ ਕਰਨਾ ਸੀ, ਕੀ ਹੋਇਆ, ਉਹ ਆਪਾਂ ਨੂੰ ਸਾਰਾ ਹੀ ਪਤਾ, ਪਲੈਨਿੰਗ ਹੋ ਗਈ ਸੀ ਕਿ ਇਹਨਾਂ ਸ਼ਹੀਦੀਆਂ ਦਾ, ਇਹਨਾਂ ਜੋ ਸਾਡੀਆਂ ਕੀਮਤੀ ਜਾਨਾਂ ਚਲੇ ਗਈਆਂ, ਹੁਣ ਰਾਜਨੀਤਿਕ ਲਾਹਾ ਲੈਣਾ, ਜਿਹਦਾ ਕਿ ਪਿਛਲੀਆਂ ਚੋਣਾਂ ਦੇ ਦੌਰਾਨ ਫਿਰ 2019 ਵਾਲੀਆਂ ਦੀਆਂ ਜਨਰਲ ਚੋਣਾਂ 'ਚ ਉਹਨਾਂ ਦਾ ਲਾਹਾ ਲਿਆ ਗਿਆ, ਬਾਲਾਕੋਟ ਲੱਭਿਆ ਗਿਆ, ਉੱਥੇ ਜਾ ਕੇ ਘਰ ਦੇ ਅੰਦਰ ਹਮਲਾ ਕਰਕੇ ਇੱਕ ਕਿਸਮ ਦਾ ਸਾਰੇ ਪਾਸੇ ਹਵਾ ਬਣਾਈ ਗਈ, ਜਿਸ ਦੇ ਨਾਲ ਮੋਦੀ ਦੀ ਬੱਲੇ ਬੱਲੇ, ਮੋਦੀ ਦੀ ਜੈ ਜੈਕਾਰ ਦੇ ਨਾਂ ਦੇ ਉੱਤੇ ਵੱਡੇ ਪੱਧਰ ਤੇ ਦੇਸ਼ ਚੋਂ ਵੋਟਾਂ ਇਕੱਠੀਆਂ ਕੀਤੀਆਂ ਗਈਆਂ। ਹਾਂਜੀ, ਬਿਲਕੁਲ 2019 ਦੇ ਵਿੱਚ ਇਸ ਚੀਜ਼ ਨੂੰ ਇਸਤੇਮਾਲ ਕੀਤਾ ਗਿਆ। ਔਰ ਮਲਿਕ ਜੀ ਆਪਣੇ ਇਸ ਇੰਟਰਵਿਊ 'ਚ ਇਹ ਗੱਲ ਕਹਿੰਦੇ ਨੇ ਕਿ ਮੈਨੂੰ ਇਹ ਸਮਝ ਪੈਣ ਲੱਗ ਪਈ ਸੀ ਕਿ ਨੈਰੇਟਿਵ ਕਿੱਧਰ ਨੂੰ ਮੋੜਿਆ ਜਾਣਾ, ਪਾਕਿਸਤਾਨ ਵੱਲ ਮੋੜਿਆ ਜਾਣਾ, ਫਿਰ ਇਸ ਨੂੰ ਕਿਸ ਤਰ੍ਹਾਂ, ਕਿਉਂਕਿ ਇਹ ਪੋਲੀਟੀਸ਼ੀਅਨਸ ਨੇ, ਕਿਸ ਤਰ੍ਹਾਂ ਇਹਨੂੰ ਇਸਤੇਮਾਲ ਕਰਨਗੇ, ਕਿਸ ਤਰ੍ਹਾਂ ਇਹਦਾ ਬੈਨੀਫਿਟ ਲੈਣਾ, ਉਹ तमाम ਗੱਲਾਂ ਉਹਨਾਂ ਨੇ ਕੀਤੀਆਂ। ਸੋ ਇਹਦੇ ਵਿੱਚ ਗੱਲ ਇਹ ਹੁੰਦੀ ਹੈ ਕਿ ਜਿਸ ਤਰ੍ਹਾਂ ਹੁਣ BJP ਵੀ ਨੈਚੁਰਲੀ ਅੱਗੇ ਆਈ ਹੋਈ ਹੈ ਔਰ ਇਸ ਨੂੰ ਫਰੰਟ ਕਰ ਰਹੀ ਹੈ, ਕਨਫਰੰਟ ਕਰ ਰਹੀ ਹੈ, ਕਿਉਂਕਿ ਇੱਕ ਜਗ੍ਹਾ ਦੇ ਉੱਤੇ ਉਹਨਾਂ ਨੇ ਆਪਣੀ ਇੱਕ ਸਟੇਟਮੈਂਟ ਵੀ ਵਾਪਸ ਲਿੱਤੀ ਹੈ ਕਿ ਜਦੋਂ ਅਮਿਤ ਸ਼ਾਹ ਜੀ ਦੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ, ਕਿਉਂਕਿ ਕਹਿੰਦੇ ਇੱਕ ਮੁਲਾਕਾਤ ਦੇ ਵਿੱਚ ਜਦੋਂ ਮੈਂ PM ਸਾਹਿਬ ਨੂੰ ਮਿਲਣ ਗਿਆ ਤਾਂ ਉਹਨਾਂ ਨਾਲ ਥੋੜੀ ਬਹੁਤ ਗੱਲਬਾਤ ਕਰਨ ਤੋਂ ਬਾਅਦ ਮੈਨੂੰ ਇਹ ਮਹਿਸੂਸ ਹੋਇਆ ਕਿ ਕੁਝ ਨਾਰਾਜ਼ ਨੇ, ਇਸ ਕਰਕੇ ਮੈਂ ਵਾਈਂਡ ਅਪ ਕੀਤੀ ਆਪਣੀ ਗੱਲ ਤੇ ਮੈਂ ਉੱਥੋਂ ਆ ਗਿਆ ਤੇ ਮੈਂ ਫਿਰ ਅਮਿਤ ਸ਼ਾਹ ਜੀ ਨੂੰ ਮਿਲਿਆ। ਅਮਿਤ ਸ਼ਾਹ ਜੀ ਨੇ ਮੈਨੂੰ ਕੁਝ ਸਮਝਾਇਆ PM ਸਾਹਿਬ ਬਾਰੇ, ਤਾਂ ਉਹ ਗੱਲ ਜੋ ਉਹਨਾਂ ਨੇ ਸਟੇਟਮੈਂਟ ਉਸ ਵੇਲੇ ਦਿੱਤੀ ਸੀ ਉਹ ਇੰਟਰਵਿਊ ਦੇ ਵਿੱਚ ਵਾਪਸ ਲਿੱਤੀ ਕਿ ਮੇਰੇ ਤੋਂ ਇਹ ਗਲਤੀ ਹੋ ਗਈ ਹੈ, ਇਹ ਗੱਲ ਮੈਂ ਵਾਪਸ ਲੈਣਾ। ਇਹ ਵੀ ਤੁਸੀਂ ਦੇਖਿਆ ਹੋਏਗਾ ਉਸ ਇੰਟਰਵਿਊ ਦੇ ਵਿੱਚ, ਕਿਉਂਕਿ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਇਹ ਵੀ ਚੀਜ਼ ਆ ਰਹੀ ਹੈ ਜੋ ਐਕਸਪਰਟਸ ਮੰਨਦੇ ਨੇ ਕਿ ਜਦੋਂ ਇਹ ਖੁੱਲ੍ਹ ਕੇ ਬੋਲ ਰਹੇ ਨੇ ਤਾਂ ਹੋ ਸਕਦਾ ਸੈਂਟਰ ਗਵਰਨਮੈਂਟ ਵੀ ਨਾਰਾਜ਼ ਹੋਵੇ, ਤੇ ਕਿਤੇ ਨਾ ਕਿਤੇ ਇਹ ਸਾਰਾ ਕੁਝ ਮਾਮਲਾ ਸੰਭਾਲ ਕੇ ਰੱਖਿਆ ਜਾਵੇ ਤਾਂ ਕਿ ਨਾਰਾਜ਼ਗੀ ਇੰਨੀ ਹੱਦ ਤੱਕ ਵੀ ਨਾ ਚਲੀ ਜਾਏ ਕਿ ਬਿਲਕੁਲ ਹੀ ਨਾਰਾਜ਼ਗੀ ਹੋ ਜਾਏ। ਇਸ ਕਰਕੇ ਉਹਨਾਂ ਨੇ ਆਪਣੀ ਉਹ ਸਟੇਟਮੈਂਟ ਵਾਪਸ ਲੈ ਲਈ ਕਰਨ ਥਾਪਰ ਜੀ ਦੇ ਸ਼ੋਅ ਦੇ ਵਿੱਚ। ਇਹ ਵੀ ਐਕਸਪਰਟਸ ਮੰਨਦੇ ਨੇ ਔਰ BJP ਇਸ ਚੀਜ਼ ਨੂੰ ਵੀ ਲੈ ਕੇ ਕਹਿ ਰਹੀ ਹੈ ਕਿ ਮਲਿਕ ਸਾਹਿਬ ਆਪਣੀਆਂ ਸਟੇਟਮੈਂਟਸ ਤੋਂ, ਆਪਣੀਆਂ ਗੱਲਾਂ ਤੋਂ ਫਿਰਦੇ ਪਏ ਨੇ, ਮੁੱਕਰਦੇ ਪਏ ਨੇ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਵਾਕਈ ਫਿਰਦੇ ਪਏ ਨੇ, ਮੁੱਕਰਦੇ ਪਏ ਨੇ, ਜਾਂ ਕੁਝ ਕਰੈਕਸ਼ਨਸ ਕਰਦੇ ਪਏ ਨੇ ਆਪਣੀਆਂ ਸਟੇਟਮੈਂਟਸ ਦੇ ਵਿੱਚ? ਮਨਜੀਤ ਜੀ। ਨਹੀਂ, ਮੈਨੂੰ ਇਹ ਦੇਖੋ, ਇਹ ਤੇ ਗੱਲ ਨਹੀਂ ਕਹੀ ਜਾ ਸਕਦੀ ਕਿ ਬੰਦਾ ਜਿਹੜਾ ਡਰਦਾ ਨਹੀਂ ਹੈ ਜਾਂ ਜਾਨ ਪਿਆਰੀ ਨਹੀਂ ਹੈ ਜਾਂ ਕਿੱਦਾਂ, ਪਰ ਉਸ ਇੰਟਰਵਿਊ 'ਚ ਉਹਨਾਂ ਨੇ ਬਾਰ-ਬਾਰ ਕਿਹਾ ਕਿ ਠੀਕ ਹੈ, ਮੈਂ ਬਹੁਤ ਜ਼ਿੰਦਗੀ ਜੀ ਲਈ ਹੈ, ਮੈਨੂੰ ਕੋਈ ਜੇਲ੍ਹ 'ਚ ਜਾਣ ਦਾ ਡਰ ਨਹੀਂ, ਮੈਂ ਪਹਿਲਾਂ ਵੀ ਜੇਲ੍ਹਾਂ 'ਚ ਗਿਆ, ਮੈਂ ਧਰਤੀ ਨਾਲ ਜੁੜਿਆ ਹੋਇਆ ਬੰਦਾ, ਮੈਂ ਸੈਲਫ ਮੇਡ
ਬੰਦਾ ਆ। ਇਸ ਕਰਕੇ ਮੇਰੀ ਤੇ ਕੋਈ ਬਹੁਤੀ ਸਿਕਿਉਰਿਟੀ ਵੀ ਹੈ ਨਹੀਂ, ਕਿਰਾਏ ਦੇ ਮਕਾਨ 'ਚ ਰਹਿਣਾ, ਮੈਂ ਕੋਈ ਜਾਇਦਾਦ ਨਹੀਂ ਬਣਾਈ। ਜਿਸਨੇ ਜੋ ਮੇਰੀ ਇਨਕੁਆਇਰੀ ਕਰਨੀ ਆ, ਜੋ ਮੇਰੇ ਤੇ ਜੋ ਕਰਨਾ ਉਹ ਕਰ ਲੈਣ, ਮੈਂ ਕੋਈ ਸੱਚ ਬੋਲਣ ਤੋਂ ਡਰਦਾ ਨਹੀਂ, ਇਹ ਨਹੀਂ ਹੋ ਸਕਦਾ। ਪਰ ਤੁਸੀਂ ਮੈਨੂੰ ਕਿਰਪਾ ਕਰਕੇ ਇਹ ਦੱਸੋ ਕਿ ਉਹਨਾਂ ਨੇ ਇਸ ਸਾਰੀ ਇੰਟਰਵਿਊ ਚੋਂ ਕਿਹੜੀ ਹਿੱਸਾ ਜਾਂ ਕਿਹੜੀ ਸਟੇਟਮੈਂਟ ਹੈ ਜਿਹੜੀ ਉਹਨਾਂ ਨੇ ਅਮੈਂਡ ਕੀਤੀ ਹੈ ਜਾਂ ਵਾਪਸ ਲਈ ਹੈ। ਉਹਨਾਂ ਨੇ ਜਦੋਂ ਕਿਹਾ ਕਿ ਮੈਂ ਅਮਿਤ ਸ਼ਾਹ ਜੀ ਨੂੰ ਜਾ ਕੇ ਜਦੋਂ ਮਿਲਿਆ ਹਾਂ ਤਾਂ ਅਮਿਤ ਸ਼ਾਹ ਜੀ ਨਾਲ ਮੇਰੀ ਗੱਲਬਾਤ ਹੋਈ ਹੈ ਔਰ ਉਹਨਾਂ ਨੇ ਮੈਨੂੰ ਸਮਝਾਇਆ, ਜਦੋਂ ਮੈਂ ਕਿਹਾ ਕਿ ਨਾਰਾਜ਼ਗੀ ਹੈ ਉਹਨਾਂ ਨੂੰ PM ਸਾਹਿਬ ਨੂੰ, ਔਰ ਇਹ ਮਲਿਕ ਸਾਹਿਬ ਜਦੋਂ ਇਹ ਗੱਲ ਕਹਿ ਰਹੇ ਨੇ, ਕਿਉਂਕਿ ਤੁਸੀਂ ਮੁੜ ਤੋਂ ਉਸ ਇੰਟਰਵਿਊ ਨੂੰ ਦੇਖਿਓ, ਜਦੋਂ ਇੰਟਰਵਿਊ ਖਤਮ ਹੋਣ ਵਾਲੀ ਹੈ ਉਦੋਂ ਮਲਿਕ ਸਾਹਿਬ ਇਸ ਗੱਲ ਨੂੰ ਵਾਪਸ ਲੈਂਦੇ ਨੇ ਕਿ ਅਮਿਤ ਸ਼ਾਹ ਜੀ ਨੇ ਮੈਨੂੰ ਸਮਝਾਇਆ ਕਿ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ, ਕੁਝ ਹੋਰ ਗੱਲਾਂ ਹੋ ਜਾਂਦੀਆਂ ਨੇ, ਕੁਝ ਪ੍ਰੈਸ਼ਰਸ ਹੋ ਜਾਂਦੇ ਨੇ, ਕੁਝ ਸਿਚੁਏਸ਼ਨਸ ਹੋ ਜਾਂਦੀਆਂ ਨੇ, ਇਸ तमाम ਗੱਲਾਂ ਹੋਈਆਂ ਨੇ। ਖੈਰ ਉਹਨਾਂ ਨੇ ਕਿਹਾ ਕਿ ਮੇਰੀ ਜਿਹੜੀ ਤਲਖੀ ਵਿੱਚ ਆ ਕੇ ਬੋਲ ਗਿਆ ਕਿ ਉਹਨਾਂ ਨੂੰ ਗੁੱਸਾ ਆ ਗਿਆ ਮੇਰੇ ਉੱਤੇ, ਔਰ तमाम ਗੱਲਾਂ ਜੋ ਇਹ ਮੈਂ ਕੀਤੀਆਂ ਉਹ ਮੈਂ ਵਾਪਸ ਲੈਣਾ, ਉਹ ਇਦਾਂ ਦੀ ਗੱਲ ਨਹੀਂ ਸੀ। ਦੇਖੋ ਜਸ ਖੰਨਾ ਜੀ, ਜੋ ਵੀ ਉਹਨਾਂ ਨੇ ਗੱਲਾਂ ਕੀਤੀਆਂ ਉਹ ਇੱਕ ਵਾਰੀ ਨਹੀਂ, ਤਿੰਨ ਵਾਰੀ ਰਿਪੀਟ ਕਰਵਾਈਆਂ ਗਈਆਂ। ਉਹਦੇ 'ਚ ਉਂਝ ਕਹਿ ਦੇਣਾ, ਕਈਆਂ ਗੱਲਾਂ ਤੇ ਚੁੱਪ ਕਰ ਜਾਣਾ ਜਾਂ ਨਾ ਕਰ ਜਾਣਾ, ਉਹ ਗੱਲਾਂ ਅਲੱਗ ਹੁੰਦੀਆਂ ਆ। ਪਰ ਉਹਨਾਂ ਨੇ ਬਿਲਕੁਲ ਆਪਣੀ ਜੋ ਗੱਲ, ਉਹ ਕਈ ਵਾਰੀ ਇੰਟਰਵਿਊ 'ਚ ਗੱਲਾਂ ਪਹਿਲਾਂ ਵੀ ਕਹਿ ਚੁੱਕੇ ਹੋ। ਕਰਨ ਥਾਪਰ ਨੇ ਸਾਰੀਆਂ ਗੱਲਾਂ ਪੁਰਾਣੀਆਂ ਕਹੀਆਂ ਹੋਈਆਂ ਇੱਕ ਜਗ੍ਹਾ ਤੇ ਲੈ ਆਂਦੀਆਂ ਔਰ ਬੜੇ ਪੋਲਿਸ਼ਡ ਢੰਗ ਦੇ ਨਾਲ, ਬੜੇ ਸਿਸਟਮੈਟਿਕ ਢੰਗ ਦੇ ਨਾਲ ਉਹਨੂੰ ਲੈਣ ਦਾ। ਉਹ ਤੇ ਇੱਕ ਕਿਸਮ ਦੀ ਤੁਹਾਡੇ ਸਾਹਮਣੇ 1 ਘੰਟਾ ਬਾਇਓਪਿਕ ਜਿਹਨੂੰ ਕਹਿੰਦੇ ਆ, ਇੱਕ ਫਿਲਮ ਦੀ ਤਰ੍ਹਾਂ ਚੱਲਦੀ ਆ। ਉਸੇ ਹੀ ਤਰੀਕੇ ਨਾਲ ਉਹਨੂੰ ਦੇਖਣਾ ਵੀ ਚਾਹੀਦਾ। ਡਾਕੂਮੈਂਟਰੀ ਫਿਲਮ ਤੁਸੀਂ ਕਹਿ ਲਓ, ਜਿਹਦੇ ਵਿੱਚ ਉਹਨਾਂ ਨੇ ਬੜੇ ਉਹਦੇ ਗੱਲ। ਬਾਕੀ ਜਿਹੜੀ ਗੱਲ ਹੈ ਕਿ ਹਾਂ ਉਹ ਇਲ ਇਨਫੋਰਮਡ, ਉਹਨਾਂ ਨੇ ਬਾਰ-ਬਾਰ ਕਿਹਾ ਕਿ ਉਹ ਬੜੇ ਇਲ ਇਨਫੋਰਮਡ ਹੈਗੇ ਆ। ਹੁਣ ਇਸ ਗੱਲ ਦਾ ਗੁੱਸਾ ਤੇ ਪ੍ਰਧਾਨ ਮੰਤਰੀ ਨੂੰ ਲੱਗ ਹੀ ਸਕਦਾ, ਇੱਕ ਵਾਰੀ ਨਹੀਂ ਕਈ ਵਾਰੀ ਕਿਹਾ। ਕਰਨ ਥਾਪਰ ਮਜ਼ੇ ਲੈ ਰਿਹਾ ਸੀ ਕਿ ਹਾਂ ਵੀ ਸੱਚੀ ਆ ਉਹ ਇਗਨੋਰੈਂਟ ਆ। ਮੇਰਾ ਖਿਆਲ ਉਹਨਾਂ ਨੇ 5 ਵਾਰੀ ਤੇ ਇਹ ਸ਼ਬਦ ਵਰਤੇ ਹੋਣੇ ਆ, ਜਦ ਕਿ ਉਹ ਇਲ ਇਨਫੋਰਮਡ, ਕਿ ਉਹਨਾਂ ਨੂੰ ਪੂਰੀ ਇਨਫੋਰਮੇਸ਼ਨ ਨਹੀਂ ਪਹੁੰਚਦੀ ਤੇ ਉਹ ਉਸੇ ਤਰੀਕੇ ਨਾਲ ਆਪਣਾ ਮौज ਮਸਤੀ ਦੇ ਵਿੱਚ ਪ੍ਰਧਾਨ ਮੰਤਰੀ ਆਪਣਾ ਟਾਈਮ ਪਾਸ ਕਰ ਰਹੇ ਆ। ਉਹਨਾਂ ਨੂੰ ਕੋਈ ਪਤਾ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਬਸ ਉੱਪਰ ਪ੍ਰਧਾਨ ਮੰਤਰੀ ਦੇ ਹੈ, ਉੱਪਰ ਹੀ ਉੱਪਰ ਤਾਂ ਨੂੰ। ਠੀਕ ਹੈ, ਉਹਨਾਂ ਨੇ ਇਹ ਵੀ ਗੱਲ ਬੜੇ ਸਾਫ਼ ਤਰੀਕੇ ਨਾਲ ਕਹੀ ਹੈ ਕਿ ਉਹਨਾਂ ਦੀ ਜਿਹੜੀ ਛਵੀ ਆ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਡਾਊਨਗ੍ਰੇਡ ਹੋ ਰਹੀ ਆ, ਲੋਕਾਂ ਦੇ ਵਿੱਚ ਇਮੇਜ ਉਹਨਾਂ ਦਾ ਖਰਾਬ ਹੋ ਰਿਹਾ। ਉਹ ਇੱਕ ਗਾਣੇ ਦੀ ਮਦਦ ਦੇ ਨਾਲ ਕਿਸੇ ਲੇਡੀ ਨੇ ਸ਼ਾਇਦ ਗਾਇਆ ਹੋਇਆ ਸੀ, ਉਹ ਵੀ ਉਹਨਾਂ ਨੇ ਕਿਹਾ ਕਿ ਇਹਨੂੰ ਕੋਈ ਗਾਂ ਨਹੀਂ ਪਿਆਰੀ ਤੇ ਕੋਈ ਆ ਨਹੀਂ ਹੈ, ਤੇ ਇਹ ਤੇ ਅਡਾਨੀਆਂ ਤੇ ਅੰਬਾਨੀਆਂ ਦਾ ਹੀ ਚਹੇਤਾ, ਇਹੋ ਜਿਹੇ ਉਹਦੇ ਕੰਟੈਂਟ ਹੈਗੇ ਆ। ਤੇ ਬਾਕੀ ਤੇ ਕਈ ਕਿਸਮ ਦਾ ਉਹਦੇ 'ਚ ਚੰਗੇ ਸ਼ਬਦ ਵੀ ਨਹੀਂ ਉਸ ਤੁਕ ਦੇ ਵਿੱਚ। ਪਰ ਜੋ ਵੀ ਉਹਨਾਂ ਨੇ ਕਿਹਾ ਤੇ ਇਹਦਾ ਮਤਲਬ ਤੇ ਹੈ ਕਿ ਉਹ ਇਸ ਗੱਲ ਤੋਂ ਅਵੇਅਰ ਆ ਕਿ ਜੋ ਵੀ ਪ੍ਰਧਾਨ ਮੰਤਰੀ ਕਰ ਰਹੇ ਆ, 2-3 ਗੱਲਾਂ ਉਹਨਾਂ ਨੇ ਬੜੀਆਂ ਸਾਫ਼ ਕਿ ਇੱਕ ਤੇ ਉਹਨਾਂ ਨੂੰ ਕਰਪਸ਼ਨ ਨਾਲ ਕੋਈ ਪ੍ਰੋਬਲਮ ਨਹੀਂ ਹੈ। ਜੀ ਇਹ ਉਹਨਾਂ ਨੇ ਬਾਰ-ਬਾਰ ਕਿਹਾ ਹੈ। ਕਰਪਸ਼ਨ ਨੂੰ ਉਹਨਾਂ ਲਈ ਉਹ ਮੁੱਦਾ ਨਹੀਂ ਹੈ, ਜਿੰਨਾ ਮਰਜ਼ੀ ਉਹ ਗੱਲ ਕਹਿਣ। ਤੇ ਦੂਸਰਾ, ਪ੍ਰਧਾਨ ਮੰਤਰੀ ਕੋਈ ਬਹੁਤੇ ਇਨਫਾਰਮਡ ਆਦਮੀ ਨਹੀਂ ਹੈਗੇ, ਬਹੁਤੇ ਉਹ ਇਧਰੋਂ ਉਧਰੋਂ ਸਾਰੀ ਇਨਫੋਰਮੇਸ਼ਨ ਇਕੱਠੀ ਕਰਕੇ ਫਿਰ ਫੈਸਲੇ ਨਹੀਂ ਲੈਂਦੇ। ਉਂਝ ਹੀ ਆਪਣੇ ਤੌਰ ਤੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਨਸ਼ੇ ਵਿੱਚ ਹੀ ਕਈ ਫੈਸਲੇ ਲਈ ਜਾਂਦੇ ਆ। ਇਲ ਇਨਫੋਰਮੇਸ਼ਨ, ਕੰਮ ਘੱਟ, ਜਿਹੜੀ ਮੈਂ ਸਮਝਦਾਰੀ ਨਹੀਂ ਕਹੂੰਗਾ, ਇਨਫੋਰਮੇਸ਼ਨ ਪੂਰੀ, ਜਾਣੀ ਜਿਹਨੂੰ ਕਹਿੰਦੇ ਸਾਰੀ ਤਹਿਕੀਕਾਤ ਕਰਨ ਤੋਂ ਬਾਅਦ ਫੈਸਲਾ ਲੈਣਾ, ਇੰਜ ਨਹੀਂ ਲੈਂਦੇ। ਔਰ ਜਿਹੜੀ ਇਨਫੋਰਮੇਸ਼ਨ ਉਹਨਾਂ ਕੋਲ ਜਾਂਦੀ ਵੀ ਹੋਊਗੀ ਉਹ ਕਈ ਵਾਰੀ ਪੁੱਠੇ ਪਾਸਿਓਂ ਚਲੇ ਜਾਂਦੀ ਆ, ਕਿਉਂਕਿ ਉਹ ਕੋਟਰੀ ਦਾ ਆਪਣਾ ਇੰਟਰਸਟ ਹੁੰਦਾ, ਜਿਨ੍ਹਾਂ ਨੇ ਇਨਫੋਰਮੇਸ਼ਨ ਪਹੁੰਚਾਉਣੀ ਆ ਕਿ ਪ੍ਰਧਾਨ ਮੰਤਰੀ ਤੋਂ ਕਿਹੋ ਜਿਹੇ ਫੈਸਲੇ ਕਰਾਉਣੇ ਆ। ਔਰ ਇਹ ਹਰ ਵੱਡੇ ਨੇਤਾ ਦੀ ਇੱਕ ਸਮਝ ਲਓ ਜ਼ਰੂਰੀ ਮਜਬੂਰੀ ਵੀ ਹੁੰਦੀ ਆ ਕਿ ਉਹਨਾਂ ਨਾਲ ਇੰਜ ਹੁੰਦਾ। ਔਰ ਦੂਜੀ ਗੱਲ ਜਿਹੜੀ ਉਹਨਾਂ ਨੇ ਇਹ ਗੱਲ ਕਹੀ ਹੈ, ਮਸਤ ਨੇ ਆਪਣੇ ਆਪ ਦੇ ਵਿੱਚ। ਸੋ ਇਹ ਵੀ ਇੱਕ ਬਹੁਤ ਵੱਡੀ ਸਟੇਟਮੈਂਟ ਹੈ ਜੋ PM ਦੇ ਬਾਰੇ ਉਹਨਾਂ ਨੇ ਕਹੀ ਹੈ। ਸੋ ਇੱਕ ਮੈਂ ਛੋਟਾ ਜਿਹਾ ਬਰੀਫ ਆਨਸਰ ਤੁਹਾਡੇ ਕੋਲੋਂ ਚਾਹੁੰਦਾ ਕਿ ਇਹ ਜੇ ਸਾਰੇ ਇੰਟਰਵਿਊ ਦਾ ਆਪਾਂ ਜਿਸਤ ਦੇਖੀਏ ਤਾਂ ਵਾਕਈ ਤੁਹਾਨੂੰ ਲੱਗਦਾ ਹੈ ਕਿ ਜੋ ਪੁਲਵਾਮਾ ਦੀ ਘਟਨਾ ਹੈ ਇਹਦਾ ਬੈਨੀਫਿਟ ਲਿੱਤਾ ਗਿਆ ਹੈ 2019 ਦੀਆਂ ਇਲੈਕਸ਼ਨਸ ਦੇ ਵਿੱਚ BJP ਨੇ ਸੈਂਟਰ ਗਵਰਨਮੈਂਟ ਦੇ ਵਿੱਚ ਸਥਾਪਿਤ ਹੋਣ ਵਾਸਤੇ, ਇਹ ਇਲੈਕਸ਼ਨਸ ਜਿੱਤਣ ਵਾਸਤੇ? ਬਿਲਕੁਲ ਕਿਉਂ ਨਹੀਂ ਲਿਆ ਗਿਆ। ਦੇਖੋ ਇਹ ਗੱਲ ਤੇ ਮਲਿਕ ਦੀ ਇੰਟਰਵਿਊ 'ਚ ਸਾਫ਼ ਹੈਗੀ ਆ ਕਿ ਉਹ ਸਾਡੀ ਅਣਗਹਿਲੀਆਂ ਕਰਕੇ ਹੋਇਆ। ਉਹਨਾਂ ਨੇ ਇੱਕ ਹੋਰ ਐਗਜ਼ਾਮਪਲ ਵੀ ਦਿੱਤੀ ਕਿ 7-8 ਜਗ੍ਹਾ ਦੇ ਉੱਤੇ ਉਹ ਹਾਈਵੇ ਜਿਹੜੀਆਂ ਨਾਲ ਕਨੈਕਟਿੰਗ ਰੋਡਸ ਆ ਉਹਨਾਂ ਦੇ ਨਾਲ ਜੁੜੀ ਹੋਈ ਹੈ।
ਜੀ 7-8 ਜਗ੍ਹਾ ਰੋਡਸ ਉਹਨਾਂ ਦੇ ਵਿੱਚ ਸ਼ਾਮਲ ਹੁੰਦੀਆਂ ਤੇ ਉਹਨਾਂ ਜਿਹੜੀਆਂ ਸੜਕਾਂ ਤੇ ਸ਼ਾਮਲ ਹੁੰਦੀਆਂ, ਜਿਵੇਂ ਪਲਵਾਮਾ 'ਚ ਵੀ ਇੱਕ ਰੋਡ ਸ਼ਾਮਲ ਹੁੰਦੀ ਸੀ ਉਹਦੇ 'ਚ, ਛੋਟੀ ਰੋਡ ਜਿਹੜੀ ਹੈਗੀ ਜੀ ਆ ਜੀ ਨਾਲ ਜੀ ਸੜਕ, ਤੇ ਜਿੱਥੇ ਵੀ ਉੱਥੇ ਕੋਈ ਸਿਕਿਉਰਿਟੀ ਨਹੀਂ ਸੀ, ਕੋਈ ਚੈੱਕ ਨਹੀਂ ਸੀ ਵੀ ਇੱਥੇ ਆਪਣੀ ਏਡੀ ਵੱਡੀ ਕਨਵਾਏ ਜਾਣੀ ਆ ਕਿ ਉੱਥੇ ਉੱਥੇ ਪੁਲਿਸ ਦਾ ਜਾਂ ਹੋਰ ਕਿਸੇ ਕਿਸਮ ਦਾ ਇੰਤਜ਼ਾਮ ਕੀਤਾ ਜਾਂਦਾ। ਉਹ ਖੁੱਲੀਆਂ ਛੱਡੀਆਂ ਗਈਆਂ ਸੀ, ਆ ਕੇ ਉਹ ਚੁੱਪ ਕਰਕੇ ਕਾਰ ਆਈ ਜਾਂ ਕਿਸ ਤਰ੍ਹਾਂ ਸਾਰਾ ਜੋ ਵੀ ਉਹ ਟ੍ਰੈਜਡੀ ਹੋਈ ਉਹ ਕਰਕੇ ਗਏ। ਤੇ ਇਸ ਬਿਲਕੁਲ ਲਈ ਇਹ ਜਿਹੜੀ ਸਾਰੀ ਤੁਸੀਂ ਕਹਿੰਦੇ ਆ ਕਿ ਉਹਨਾਂ ਨੇ ਫਾਇਦਾ ਲਿਆ ਕਿ ਨਹੀਂ ਲਿਆ, ਇੱਕ ਘਟਨਾ ਤੋਂ ਬਾਅਦ ਉਹਨਾਂ ਨੇ ਫਿਰ ਇੱਕਦਮ ਸਕੀਮ ਬਣਾਈ ਹੋਊਗੀ ਕਿ ਹੁਣ ਇਹ ਜਿਹੜਾ ਹੋ ਗਿਆ ਉਹ ਤੇ ਹੋ ਗਿਆ, ਹੁਣ ਗਾਂ ਚੋਣਾਂ ਸਿਰ ਤੇ ਆ ਗਈਆਂ, ਐਨ ਨਾਲ ਇਹ ਚੋਣਾਂ ਹੈਗੀਆਂ ਤੇ ਹੁਣੇ ਹੀ ਇਹਦਾ ਕੋਈ ਇਹੋ ਜਿਹਾ ਅਰਥ ਬਣਾਤਾ ਜਾਏ, ਇਹੋ ਜਿਹੀ ਇਹਦੀ ਖਬਰ ਬਣਾਤੀ ਜਾਏ। ਗਵਰਨਰ ਸਾਹਿਬ ਨੂੰ ਤੇ ਮਲਿਕ ਸਾਹਿਬ ਨੂੰ ਚੁੱਪ ਕਰਾਤਾ, ਉਹਨਾਂ ਨੇ ਕਹਿਤਾ ਆਪੇ ਅਸੀਂ ਆਪੇ ਸਾਂਭਾਂਗੇ, ਅਸੀਂ ਇਹਦਾ ਨੈਰੇਟਿਵ ਕੀ ਬਣਾਉਣਾ, ਇਹਦੀ ਲੋਕਾਂ 'ਚ ਸਟੋਰੀ ਕੀ ਚਲਾਉਣੀ ਆ ਉਹ ਸਾਡੇ ਤੇ ਛੱਡ ਦਿਓ, ਪਰ ਤੁਸੀਂ ਮੂੰਹ ਨਾ ਖੋਲਿਓ ਬਹੁਤਾ ਆਪਣਾ, ਤਾਂ ਕਿ ਉਹ ਸਾਡੀ ਸਾਰੀ ਗੱਲ ਜਿਹੜੀ ਆ ਵਿੱਚ ਹੀ ਤਾਰ ਪੀਡੋ ਨਾ ਹੋ ਜੇ। ਤਾਂ ਉਹਦੇ ਚੋਂ ਬਿਲਕੁਲ ਤੇ ਬਿਲਕੁਲ ਕਲੀਅਰਲੀ ਚੋਣਾਂ ਲਈ ਹੀ ਉਹ ਸਾਰਾ ਕੀਤਾ ਗਿਆ ਸੀ, ਔਰ ਜਿਹਦਾ ਸਾਹਮਣੇ ਸਾਨੂੰ ਰਿਜ਼ਲਟ ਬੜੇ ਵੱਡੇ ਪੱਧਰ ਤੇ 303 ਸੀਟਾਂ ਬੀਜੇਪੀ ਖੁਦ ਜਿੱਤ ਕੇ ਉਹਦਾ ਰਿਜ਼ਲਟ ਸਾਨੂੰ ਸਾਹਮਣੇ ਦਿਖਦਾ ਵੀ ਹੈਗਾ। ਮਨਜੀਤ ਜੀ, ਗੱਲ ਉਹਨਾਂ ਨੇ ਇਹ ਵੀ ਕਹੀ ਕਿ ਜਦੋਂ ਧਾਰਾ 370 ਹਟਾਈ ਗਈ ਹੈ ਉਦੋਂ ਵੀ ਮੈਨੂੰ ਇੱਕ ਗੱਲ ਕਹੀ ਗਈ ਕਿ ਕਸ਼ਮੀਰ ਦੇ ਉੱਤੇ ਮੈਂ ਕੁਝ ਨਹੀਂ ਬੋਲਣਾ, ਕਸ਼ਮੀਰ ਦੇ ਉੱਤੇ ਮੈਨੂੰ ਬੋਲਣ ਤੋਂ ਮਨਾ ਕੀਤਾ ਗਿਆ। ਸੋ ਇਹ ਵੀ ਗੱਲਾਂ ਉਹਨਾਂ ਨੇ ਕੀਤੀਆਂ, ਔਰ ਇਹ ਵੀ ਉਹਨਾਂ ਨੇ ਗੱਲ ਕੀਤੀ ਕਿ ਜੋ ਰਾਸ਼ਟਰਪਤੀ ਸਾਹਿਬਾਂ ਨੂੰ ਮਿਲਣ ਵਾਸਤੇ ਮੈਂ ਜਾ ਰਿਹਾ ਸੀ, ਮੇਰੀ ਅਪਾਇੰਟਮੈਂਟ ਤੈਅ ਸੀ, ਫਿਰ ਜਦੋਂ ਮੈਂ ਜਾ ਰਿਹਾ ਤਾਂ ਮੈਨੂੰ ਫੋਨ ਆ ਰਿਹਾ ਹੈ ਰਾਸ਼ਟਰਪਤੀ ਭਵਨ ਤੋਂ ਕਿ ਅੱਜ ਦੀ ਅਪਾਇੰਟਮੈਂਟ ਕੈਂਸਲ ਕਰ ਦਿੱਤੀ ਗਈ ਹੈ ਕਿਉਂਕਿ ਉਹ ਕਿਸੇ ਹੋਰ ਕੰਮ ਵਿੱਚ ਰਾਸ਼ਟਰਪਤੀ ਸਾਹਿਬਾ ਬਿਜ਼ੀ ਹੋ ਗਏ ਨੇ। ਤੇ ਬਾਅਦ ਵਿੱਚ ਕਹਿੰਦੇ ਉਹ ਮੈਨੂੰ ਇਹ ਵੀ ਪਤਾ ਲੱਗਦਾ ਹੈ ਕਿ ਜੋ ਸਾਰੀ ਲਿਸਟ ਹੈ ਉਹ ਪ੍ਰਾਈਮ ਮਿਨਿਸਟਰ ਆਫਿਸ ਤੋਂ ਕਲੀਅਰ ਹੁੰਦੀ ਹੈ ਕਿ ਕਿਹਨੂੰ ਕਿਹਨੂੰ ਰਾਸ਼ਟਰਪਤੀ ਸਾਹਿਬਾ ਮਿਲਣਗੇ। ਤੇ ਕਰਨ ਥਾਪਰ ਕਹਿੰਦੇ ਨੇ ਕਿ ਇਹ ਤਾਂ ਹਾਈਐਸਟ ਪੋਸਟ ਹੈ ਪ੍ਰੈਜ਼ੀਡੈਂਟ ਆਫ ਇੰਡੀਆ ਦੀ, ਇਹ ਹਾਈਐਸਟ ਪੋਸਟ ਲਈ ਵੀ ਪੀਐਮਓ ਆਫਿਸ ਤੋਂ ਇੱਕ ਕਲੀਅਰੈਂਸ ਲੈਣੀ ਪੈਂਦੀ ਕਿ ਕੌਣ ਮਿਲੇਗਾ, ਕਿ ਰਾਸ਼ਟਰਪਤੀ ਆਪਣੀ ਮਰਜ਼ੀ ਨਾਲ ਕਿਸੇ ਨੂੰ ਮਿਲ ਵੀ ਨਹੀਂ ਸਕਦੇ। ਤਾਂ ਉਹਨਾਂ ਨੇ ਇਹ ਸਵਾਲ ਵੀ ਉਠਾਇਆ ਹੈ। ਜੀ, ਰਾਸ਼ਟਰਪਤੀ ਵਾਲਾ ਇਸ਼ੂ ਅਸੀਂ ਬਾਅਦ ਚ ਕਰਦੇ ਹਾਂ ਕਿ ਕਿਵੇਂ ਉਹ ਇੱਕ ਪਪੇਟ ਬਣ ਕੇ ਪ੍ਰਧਾਨ ਮੰਤਰੀ ਦੇ ਦਫ਼ਤਰ ਦੀ ਰਹਿ ਗਏ ਆ, ਪਰ ਪਹਿਲਾਂ ਕਸ਼ਮੀਰ ਵਾਲਾ ਬਹੁਤ ਇੰਪੋਰਟੈਂਟ ਹੈ ਕਿਉਂਕਿ ਉੱਥੇ ਗਵਰਨਰ ਸੀ। ਸਭ ਤੋਂ ਪਹਿਲਾਂ ਤੇ ਇਹਨਾਂ ਨੇ ਕਸ਼ਮੀਰੀਆਂ ਦੇ ਨਾਲ ਬਹੁਤ ਵਧੀਆ ਆਪਣਾ ਰਿਸ਼ਤਾ ਬਣਾਇਆ, ਬੜਾ ਰਾਪੋ ਬਣਾਇਆ। ਗਿਲਾਨੀ ਜਿਹਨੂੰ ਪਾਕਿਸਤਾਨੀ ਹੁਰੀਅਤ ਦੇ ਹੈੱਡ ਸੀਗੇ, ਪਾਕਿਸਤਾਨੀ ਪ੍ਰੋ ਪਾਕਿਸਤਾਨੀ ਸਮਝਿਆ ਜਾਂਦਾ ਸੀ, ਉਹਦੀਆਂ ਵੀ ਗੁੱਡ ਬੁੱਕਸ ਵਿੱਚ ਇਹਦੇ ਵੱਲੋਂ ਆ ਜਾਣਾ ਇਹ ਬੜੀ ਚੰਗੀ ਗੱਲ ਸੀ। ਤੇ ਗਿਲਾਨੀ ਨੂੰ ਖੋਦੇ ਲੱਗਣ ਲੱਗ ਗਿਆ, ਹੁਣ ਤੇ ਉਹ ਨਹੀਂ ਰਹੇ, ਤੁਹਾਨੂੰ ਪਤਾ ਬਜ਼ੁਰਗ ਸੀ, ਡੈਥ ਹੋ ਗਈ ਪਿੱਛੇ ਜੇ, ਤਾਂ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਸੀਗਾ ਕਿ ਇਹ ਇੱਕ ਆਦਮੀ ਜਿਹੜਾ ਖੁੱਲ ਕੇ ਗੱਲ ਕਰਦਾ ਆ, ਸਾਫ਼ ਦਿਲੀ ਨਾਲ ਗੱਲ ਕਰਦਾ, ਇਮਾਨਦਾਰੀ ਨਾਲ ਗੱਲ ਕਰਦਾ, ਇਹਨੂੰ ਵਿੱਚ ਪਾ ਕੇ ਅਸੀਂ ਮੀਡੀਏਟਰ ਬਣਾ ਕੇ ਦਿੱਲੀ ਦੇ ਨਾਲ ਕੋਈ ਕਸ਼ਮੀਰ ਬਾਰੇ ਸਮਝੌਤਾ ਪੱਕਾ ਕਰ ਸਕਦੇ ਹਾਂ। ਪਰ ਜਦੋਂ ਇਹ ਗੱਲ ਪਹੁੰਚਾਈ ਦਿੱਲੀ ਦੇ ਵਿੱਚ, ਦਿੱਲੀ ਵਾਲਿਆਂ ਨੂੰ ਇਹ ਮਨਜ਼ੂਰ ਨਹੀਂ ਸੀ। ਉਹਨਾਂ ਨੇ ਕਿਉਂਕਿ ਆਪਣਾ ਏਜੰਡਾ ਇੱਥੇ ਕਸ਼ਮੀਰ ਦੇ ਜਿਹੜੇ ਮਿਲੀਟੈਂਟਸ ਆ ਜਾਂ ਕਸ਼ਮੀਰ ਦੇ ਪੋਲੀਟੀਸ਼ੀਅਨ ਆ ਉਹਨਾਂ ਨੂੰ ਸਬਕ ਸਿਖਾਉਣ ਦਾ ਲਿਆ ਹੋਇਆ ਸੀ। ਧਾਰਾ 370 ਹਟਾ ਕੇ ਰਾਜਨੀਤਿਕ ਲਾਹਾ ਲੈਣ ਦੀ ਗੱਲ ਸੀ, ਤਾਂ ਸੌਰੀ ਉਹਦੇ ਲਈ ਇਹਨਾਂ ਨੇ ਆਪਣੀ ਤਿਆਰੀ ਕੀਤੀ ਸੀ। ਪਰ ਜਿਹੜੀ ਖਾਸ ਗੱਲ ਉਹ ਸਾਹਮਣੇ ਲੈ ਕੇ ਆਉਂਦੇ ਆ, ਜਿਹੜੀ ਕਰਨ ਥਾਪਰ ਨੂੰ ਬੜੀ ਸ਼ੌਕਿੰਗ ਲੱਗੀ ਕਿ ਗਵਰਨਰ ਨੂੰ ਉਹਦੇ 'ਚ ਭਰੋਸੇ 'ਚ ਨਹੀਂ ਲਿਆ ਗਿਆ। ਹੀ ਬੀਇੰਗ ਏ ਹੈਡ ਲੀਗਲੀ ਜਾਂ ਕਿਸੇ ਵੀ ਕਿਸਮ ਨਾਲ ਸੰਵਿਧਾਨਿਕ ਤੌਰ ਤੇ ਉਹਨਾਂ ਨੂੰ ਭਰੋਸੇ 'ਚ ਲੈਣਾ ਬਣਦਾ ਸੀਗਾ। ਪਰ ਉਹਨਾਂ ਨੇ ਦੇਖੋ, ਮਲਿਕ ਸਾਹਿਬ ਪਤਾ ਨਹੀਂ ਇੱਕ ਵੀ ਤੇ ਪੂਰੇ ਪੋਲੀਟੀਸ਼ੀਅਨ ਤੇ ਹੈ ਹੀ, ਉਹ ਕਹਿੰਦੇ ਪਰ ਮੈਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਹੈ, ਨਹੀਂ ਲਿਆ ਤੇ ਨਹੀਂ ਲਿਆ, ਉਹਨਾਂ ਨੇ ਕਰਨਾ ਸੀ ਤੇ ਕਰ ਲਿਆ। ਸਗੋਂ ਜੇ ਮੈਂ ਵਿੱਚ ਪੁੱਛਦੇ ਤੇ ਸ਼ਾਇਦ ਮੈਨੂੰ ਹਾਂ ਹੀ ਕਰਨੀ ਪੈਂਦੀ ਤੇ ਮੇਰਾ ਵੀ ਮੂੰਹ ਕਾਲਾ ਹੋਣਾ ਸੀਗਾ, ਗੱਲ ਤੇ ਆਹੀ ਸੀ। ਤੇ ਹੁਣ ਨਹੀਂ ਪੁੱਛਿਆ ਤੇ ਮੈਂ ਸੀਨਾ ਚੌੜਾ ਕਰਕੇ ਕਹਿ ਦੇ ਸਕਦਾ ਕਿ ਮੇਰਾ ਇਸ ਕੁਕਰਮ ਦੇ ਵਿੱਚ, ਪਾਪ ਦੇ ਵਿੱਚ ਕੋਈ ਹੱਥ ਨਹੀਂ ਹੈਗਾ ਜੀ। ਇਸ ਲਈ ਜੋ ਕੀਤਾ ਉਹਨਾਂ ਨੇ ਕੀਤਾ, ਉਹਨਾਂ ਦੀ ਜ਼ਿੰਮੇਵਾਰੀ। ਜਿਹੜੀ ਉਹਨਾਂ ਨੇ ਖਾਸ ਗੱਲ ਸਾਹਮਣੇ ਲਿਆਂਦੀ ਕਿ ਪ੍ਰਧਾਨ ਮੰਤਰੀ ਔਰ ਅਮਿਤ ਸ਼ਾਹ ਦੇ ਵਿਚਾਲੇ ਇਸ ਗੱਲ ਦੀ ਸਹਿਮਤੀ ਨਹੀਂ ਸੀ ਕਿ ਇਹ ਤੁਰੰਤ ਇਸ ਤਰੀਕੇ ਨਾਲ ਧੜੱਲੇ ਨਾਲ ਕਸ਼ਮੀਰ ਨੂੰ ਧਾਰਾ 370 ਹਟਾਉਣ ਦੇ ਨਾਲ ਸਟੇਟ ਤੋੜ ਕੇ ਤੇ ਅਸੀਂ ਇੱਕਦਮ ਯੂਨੀਅਨ ਟੈਰੀਟਰੀ ਬਣਾ ਕੇ ਇਹ ਦੋਵੇਂ ਵੱਡੇ ਫੈਸਲੇ ਉਦੋਂ ਕਰ ਦਿੱਤੇ ਜਾਂਦੇ ਜਦੋਂ ਕੀਤੇ ਗਏ। ਮੇਰਾ ਖਿਆਲ 5 ਅਗਸਤ 2019 ਦੀ ਗੱਲ ਹੋਊਗੀ। ਤਾਂ ਇਹਦੇ ਵਿੱਚ ਉਹਨਾਂ ਨੂੰ ਇਹ ਸੀਗਾ ਕਿ ਇਹ ਪ੍ਰਧਾਨ ਮੰਤਰੀ ਦੀ ਸੋਚ ਇਹ ਸੀ ਕਿ ਦੁਬਾਰਾ ਆਪਾਂ ਇਸ ਨੂੰ ਇਲੈਕਸ਼ਨ ਇਸ਼ੂ ਬਣਾਵਾਂਗੇ। ਜਦੋਂ ਕਿਸੇ ਦਾ
ਦੇਖੋ ਇਹ ਪੋਲਿਟਿਕਸ ਦਾ ਬੜਾ ਹੁੰਦਾ, ਕਿਤੇ ਕੋਈ ਡਿਜ਼ਾਸਟਰ ਹੋ ਜਾਏ, ਕੋਈ ਬਹੁਤ ਵੱਡਾ ਪਰਲੋ ਆ ਜਾਏ ਜਾਂ ਕੋਈ ਨੁਕਸਾਨ ਜਨਤਾ ਦਾ ਵੱਡਾ ਹੋ ਜਾਏ, ਕੋਈ ਕੁਦਰਤੀ ਕਰੋਪੀ ਆ ਜਾਏ, ਤਾਂ ਇਹਨਾਂ ਨੂੰ ਇਹ ਨਹੀਂ ਹੁੰਦਾ ਕਿ ਉੱਥੇ ਪਹਿਲਾਂ ਰਾਹਤ ਪਹੁੰਚਾਈਏ। ਸਭ ਤੋਂ ਪਹਿਲਾਂ ਦਿਮਾਗ 'ਚ ਆਉਂਦਾ ਕਿ ਹੁਣ ਇਹਦਾ ਰਾਜਨੀਤਿਕ ਲਾਹਾ ਕਿਵੇਂ ਲੈਣਾ। ਤੇ ਕਸ਼ਮੀਰੀਆਂ ਦਾ ਤੇ ਦੁਨੀਆ ਲੁੱਟ ਗਈ, ਇਹਨਾਂ ਨੂੰ ਉਹਦਾ ਦਰਦ ਨਹੀਂ ਸੀ। ਉਹਨਾਂ ਨੂੰ ਇਹ ਸੀ ਕਿ ਆਪਾਂ ਆਲ ਇੰਡੀਆ 'ਚ ਵੋਟਾਂ ਇਕੱਠੀਆਂ ਕਰਨ ਲਈ ਕਸ਼ਮੀਰ ਦੇ ਮੁੱਦੇ ਨੂੰ ਕਿਵੇਂ ਉਸ ਮੌਕੇ ਦੇ ਉੱਤੇ ਲਿਆਈਏ ਜਦੋਂ ਉਹਦੀ ਭਾਵਨਾਵਾਂ ਲੋਕਾਂ ਦੀਆਂ ਭੜਕਾ ਕੇ ਤੇ ਅਸੀਂ ਵੋਟਾਂ 'ਚ ਬਦਲ ਸਕੀਏ। ਪਰ ਪਤਾ ਨਹੀਂ ਅਮਿਤ ਸ਼ਾਹ ਹੋਣੀ ਬੜੇ ਇਸ ਗੱਲ ਦੀ ਬਜ਼ਿੱਦ ਸੀ ਤੇ ਉਹਨਾਂ ਨੇ ਲਿਆ ਕੇ ਸ਼ਾਇਦ ਮਲਿਕ ਦੇ ਮੁਤਾਬਕ ਕਿ ਬਿਨਾਂ ਕੰਸੈਂਟ ਤੇ ਜਾਂ ਬਿਨਾਂ ਪ੍ਰਧਾਨ ਮੰਤਰੀ ਦੀ ਉਸ ਜਿਹੜੀ ਉਹਨਾਂ ਦੀ ਪ੍ਰਾਇੋਰਟੀ ਸੀ ਉਹਦੀ ਪਰਵਾਹ ਕੀਤਿਆਂ ਇਹ ਸਾਰਾ ਕੁਝ ਹੋਇਆ। ਉਹਦੇ ਨਾਲ ਮਲਿਕ ਸਾਹਿਬ ਤੇ ਹੀ ਕਹਿੰਦੇ ਆ ਜੋ ਗਵਰਨਰ ਸੀ ਉਦੋਂ ਕਿ ਇਹ ਬੜਾ ਮਾੜਾ ਹੋਇਆ। ਇਹਨੂੰ ਜੇ ਤੁਸੀਂ ਧਾਰਾ 370 ਹਟਾਉਣੀ ਸੀ ਉਹ ਤੇ ਹਟਾ ਹੀ ਦਿੱਤੀ, ਉਹਦਾ ਕੋਈ ਬਹੁਤਾ ਫਾਇਦਾ ਵੀ ਉਸ ਤਰੀਕੇ ਨਾਲ ਹੋ ਨਹੀਂ ਸੀ ਰਿਹਾ। ਬਾਕੀਆਂ ਸੂਬਿਆਂ ਵਾਂਗੂ ਇਹ ਸਟੇਟ ਨੂੰ ਹਰ ਇੱਕ ਪੱਧਰ ਦੇ ਉੱਤੇ ਡੀਲ ਕੀਤਾ ਜਾ ਰਿਹਾ ਸੀ। ਪਰ ਤੁਸੀਂ ਉਹਨਾਂ ਨੂੰ ਇੱਕ ਸੂਬੇ ਤੋਂ ਵੀ ਥੱਲੇ ਗਿਰਾ ਕੇ ਤੇ ਇੱਕ ਯੂਨੀਅਨ ਟੈਰੀਟਰੀ ਬਣਾਤੀ, ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਤਾ। ਇਹ ਬਹੁਤ ਮਾੜਾ ਕੀਤਾ। ਜੇ ਉਹ ਕਹਿੰਦੇ ਮੈਂ ਹੁੰਦਾ ਤੇ ਮੈਂ ਬਿਲਕੁਲ ਇਹ ਹੋਣ ਨਹੀਂ ਦਿੰਦਾ। ਪਰ ਕੇਂਦਰ ਵਾਲਿਆਂ ਦਾ ਇਹ ਤਰਕ ਸੀਗਾ ਕਿ ਉੱਥੋਂ ਦੀ ਪੁਲਿਸ ਜਿਹੜੀ ਆ ਉਹ ਤੇ ਕਿਉਂਕਿ ਲੋਕਲ ਹੈ, ਮੁਸਲਿਮ ਮੈਜੋਰਿਟੀ ਸਟੇਟ ਹੈਗੀ ਹੈ, ਜੇ ਉਹਨਾਂ ਨੇ ਬਗਾਵਤ ਕਰਤੀ ਤੇ ਦਿੱਲੀ ਤੋਂ ਕੰਟਰੋਲ ਕਿਵੇਂ ਕਰਨਗੇ। ਇਸ ਲਈ ਇਹੋ ਜਿਹਾ ਉਹਨਾਂ ਨੇ ਵੱਡਾ ਫੈਸਲਾ ਧੱਕੇ ਨਾਲ ਲੈਣ ਤੋਂ ਬਾਅਦ ਪੁਲਿਸ ਤੇ ਭਰੋਸਾ ਨਾ ਕਰਦੇ ਹੋਏ ਇਸ ਗੱਲ ਦਾ ਫੈਸਲਾ ਲੈ ਲਿਆ ਕਿ ਆਪਾਂ ਇਹਨੂੰ ਸਿੱਧਾ ਕੇਂਦਰ ਦੇ ਹੱਥ ਵਿੱਚ ਇੱਥੋਂ ਦੇ ਸਿਸਟਮ ਨੂੰ ਦੇ ਦਾਂਗੇ, LG ਲਾ ਦਿਆਂਗੇ, ਲੈਫਟੀਨੈਂਟ ਗਵਰਨਰ ਜਿਸ ਤਰ੍ਹਾਂ ਦਿੱਲੀ 'ਚ ਹੈ, ਤਾਂ ਉਹਦੇ ਨਾਲ ਅਸੀਂ ਦਿੱਲੀ ਤੋਂ ਇਸ ਨੂੰ ਰੂਲ ਕਰਾਂਗੇ। ਜਿਹੜੀ ਗੱਲ ਸੀ ਕਿ ਲਦਾਖ ਤੇ ਜੰਮੂ ਕਸ਼ਮੀਰ ਦੋਵੇਂ ਅਲੱਗ-ਅਲੱਗ ਦੋ ਯੂਨੀਅਨ ਟੈਰੀਟਰੀ ਬਣਨੀਆਂ ਚਾਹੀਦੀਆਂ ਸੀ। ਮਲਿਕ ਸਾਹਿਬ ਦਾ ਕਹਿਣਾ ਸੀ ਕਿ ਇਹਦੇ ਵਿੱਚ ਕੋਈ ਬਹੁਤੀ ਉਹ ਵੱਡੀ ਗੱਲ ਨਹੀਂ ਹੈ, ਕੋਈ ਉਹ ਸ਼ੌਕਿੰਗ ਗੱਲ ਨਹੀਂ ਹੈ, ਕਿਉਂਕਿ ਲਦਾਖੀ ਹਮੇਸ਼ਾ ਇਹ ਸਮਝਦੇ ਸੀ ਕਿ ਕਸ਼ਮੀਰੀ ਸਾਨੂੰ ਡੋਮੀਨੇਟ ਕਰਦੇ ਆ, ਉਹ ਸਾਡੇ ਤੇ ਭਾਰੂ ਬਣਦੇ ਆ, ਅਸੀਂ ਅਲੱਗ ਆ, ਅਸੀਂ ਬਹੁਤ ਦੂਰ ਵੀ ਪੈਂਦੇ ਆ, ਮਤਲਬ ਹਿੱਲੀ ਏਰੀਆ ਹੈ ਨਾ ਸਾਰਾ। ਜੇ ਸਾਨੂੰ ਅਲੱਗ ਯੂਨੀਅਨ ਟੈਰੀਟਰੀ ਬਣਾ ਦਿੱਤਾ ਜਾਏ ਤੇ ਉਹ ਇਸ ਗੱਲ ਦੇ ਉੱਤੇ ਖੁਸ਼ ਸੀਗੇ। ਪਰ ਉਹ ਹੁਣ ਗੱਲ ਅਲੱਗ ਆ ਕਿ ਜਦੋਂ ਉੱਥੇ ਸੇਕ ਦਿੱਲੀ ਦਾ ਲੱਗਣ ਲੱਗਾ ਤਾਂ ਉਹ ਵੀ ਆਪਣੀਆਂ ਅਲੱਗ ਕਿਸਮ ਦੀਆਂ ਸੁਰਾਂ ਕੱਢ ਰਹੇ ਆ ਤੇ ਆਪਣੇ ਪਛਤਾਵੇ ਨੂੰ ਵੀ ਗਾਹੇ ਬਗਾਹੇ ਇਜ਼ਹਾਰ ਲਦਾਖੀ ਵੀ ਕਰਦੇ ਰਹਿੰਦੇ। ਹਾਂਜੀ ਮਨਜੀਤ ਜੀ, ਆਪਾਂ ਹੁਣ ਇਸ ਮੁੱਦੇ ਤੇ ਆਉਂਦੇ ਆ ਕਿ ਉਹਨਾਂ ਨੇ 2024 ਦੀਆਂ ਇਲੈਕਸ਼ਨਸ ਬਾਰੇ ਇੱਕ ਗੱਲ ਕਹੀ ਹੈ ਕਿ ਅਦਾਨੀ ਦਾ ਜੋ ਮੁੱਦਾ ਹੈ, ਜੋ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਕਾਫੀ ਜ਼ਿਆਦਾ ਉਛਾਲਿਆ ਗਿਆ ਹੈ ਰਾਜਨੀਤੀ ਦੇ ਗਲਿਆਰਿਆਂ ਦੇ ਵਿੱਚ ਔਰ ਬਹੁਤ ਚਰਚਾ ਦਾ ਵਿਸ਼ਾ ਰਿਹਾ। ਪੂਰੀ ਦੁਨੀਆ ਦੇ ਵਿੱਚ, ਪੂਰੀ ਦੁਨੀਆ ਦੇ ਮੀਡੀਆ ਨੇ ਇਹਦੇ ਉੱਤੇ ਡਿਸਕਸ਼ਨਸ ਕੀਤੀਆਂ ਨੇ ਕਿ PM ਸਾਹਿਬ ਨੇ ਔਰ BJP ਵੱਲੋਂ ਔਰ ਗਵਰਨਮੈਂਟ ਵੱਲੋਂ ਇੱਕ ਵੀ ਗੱਲ ਨਹੀਂ ਕਹੀ ਗਈ ਹੈ ਅਦਾਨੀ ਦੇ ਮੁੱਦੇ ਦੇ ਉੱਤੇ, ਔਰ ਇਹ ਮੁੱਦਾ ਭਾਰੂ ਪੈ ਸਕਦਾ ਹੈ 2024 ਦੀਆਂ ਇਲੈਕਸ਼ਨਸ ਵਾਸਤੇ। ਹੋ ਸਕਦਾ ਹੈ ਕਿ ਇਹ BJP ਦੀ ਹਾਰ ਦਾ ਕਾਰਨ ਵੀ ਬਣੇ ਜੇ BJP ਨੇ, ਸੈਂਟਰਲ ਗਵਰਨਮੈਂਟ ਨੇ ਇਸ ਮੁੱਦੇ ਨੂੰ ਪ੍ਰੋਪਰਲੀ ਹੈਂਡਲ ਨਾ ਕੀਤਾ। ਜੀ ਮਨਜੀਤ ਜੀ। ਹਾਂ ਬਿਲਕੁਲ, ਵੈਸੇ ਹੀ ਇਹ ਤੇ ਕੇਂਦਰੀ ਮੁੱਦਾ ਤੇ ਬਣਿਆ ਹੀ ਆ। ਪਿਛਲਾ ਸਾਰਾ ਪਾਰਲੀਮੈਂਟ ਦਾ ਸੈਸ਼ਨ ਇਸੇ ਕਰਕੇ ਵਾਸ਼ ਆਊਟ ਹੋ ਗਿਆ, ਉੱਥੇ ਕੋਈ ਚਰਚਾ ਨਹੀਂ ਹੋ ਸਕੀ ਤੇ ਮੁੱਖ ਕਾਰਨ ਇਹ ਸੀ ਕਿ ਰਾਹੁਲ ਨੂੰ ਬੋਲਣ ਦਿੱਤਾ ਜਾਏ। ਰਾਹੁਲ ਨੂੰ ਜੋ ਉਹਦੇ ਤੇ ਦੋਸ਼ ਲਾਏ ਆ ਅਡਾਨੀ ਅੰਬਾਨੀ ਦੇ ਮਾਮਲੇ ਦੇ ਉੱਤੇ BJP ਨੇ ਉਹਦੇ ਸੋਸ਼ਲ ਮੀਡੀਆ ਰਾਹੀਂ ਜਾਂ ਹੋਰ ਪ੍ਰੈਸ ਕਾਨਫਰੰਸਾਂ ਰਾਹੀਂ ਤੇ ਉਸ ਦਾ ਜਵਾਬ ਰਾਹੁਲ ਗਾਂਧੀ ਨੂੰ ਦੇਣ ਦਿੱਤਾ ਜਾਏ। ਰਾਹੁਲ ਗਾਂਧੀ ਨੂੰ ਬਿਲਕੁਲ ਬੋਲਣ ਨਹੀਂ ਦਿੱਤਾ ਗਿਆ ਤੇ ਇਹ ਮਨਜ਼ੂਰ ਕਰ ਲਿਆ ਕਿ ਆਪਾਂ ਪਾਰਲੀਮੈਂਟ ਦੇ ਸੈਸ਼ਨ ਨੂੰ ਖਾਲੀ ਹੀ ਜਾਣ ਦਿਓ। ਉਹੀ ਹੋਇਆ। ਇਹ ਮਲਿਕ ਉਹਨਾਂ ਦਾ ਕਹਿਣਾ ਸੀ ਕਿ ਇਹ ਬਿਲਕੁਲ ਗਲਤ ਗੱਲ ਸੀ। ਵੈਸੇ ਤੇ ਸਪੀਕਰ ਨਿਊਟਰਲ ਹੁੰਦੇ ਆ, ਬੜੇ ਰਿਸਪੈਕਟਡ ਹੁੰਦੇ ਆ, ਉਹਨਾਂ ਬਾਰੇ ਕੋਈ ਕਮੈਂਟ ਨਹੀਂ ਦੇਣਾ ਚਾਹੀਦਾ। ਪਰ ਸਪੀਕਰ ਸਾਹਿਬ ਨੇ ਇਹ ਚੰਗਾ ਨਹੀਂ ਕੀਤਾ। ਰਾਹੁਲ ਗਾਂਧੀ ਨੂੰ ਬੋਲ ਲੈਣ ਦੇਣਾ ਚਾਹੀਦਾ ਸੀ। ਕਰਨਦਾਪਰ ਪੁੱਛਦੇ ਵੀ ਫਿਰ ਉਹਨਾਂ ਦੀ ਆਪਣੀ ਮਰਜ਼ੀ ਸੀ। ਉਹਨਾਂ ਨੇ ਕਿਹਾ ਨਹੀਂ, ਉਹਨਾਂ ਦੀ ਆਪਣੀ ਮਰਜ਼ੀ ਤੇ ਨਹੀਂ। ਨਾਲੇ ਹੱਸ ਪਏ ਵੀ ਜਿਹਦੀ ਵੀ ਮਰਜ਼ੀ ਸੀਗੀ ਪਰ ਉੱਥੇ ਦੀ ਉਹਦੀ ਮਰਜ਼ੀ ਹੈ। ਲੋਕ ਇਹ ਥੋੜੀ ਪੁੱਛਣਗੇ ਤੇ ਸਪੀਕਰ ਸਾਹਿਬ ਤੁਹਾਨੂੰ ਪ੍ਰਧਾਨ ਮੰਤਰੀ ਨੇ ਜਾਂ ਅਮਿਤ ਸ਼ਾਹ ਨੇ ਕੀ ਗੱਲ ਕਹੀ ਹੈ ਕਿ ਤੁਸੀਂ ਅੱਜ ਨਹੀਂ ਬੋਲਣ ਦੇਣਾ, ਇੰਜ ਥੋੜੀ ਕਹਿਣਗੇ। ਉਹ ਤੇ ਸਪੀਕਰ ਨੂੰ ਹੀ ਕਹਿਣਗੇ ਜਿਹਦੀ ਡਿਊਟੀ ਹੈ ਸੰਵਿਧਾਨਕ
ਤੇ ਉਹ ਥੋੜਾ ਮੁਸਕਰਾ ਰਹੇ ਸੀ ਤੇ ਇਸ ਦਾ ਮਤਲਬ ਆਪਾਂ ਆਪ ਸਮਝ ਸਕਦੇ ਹਾਂ। ਰਹੀ ਗੱਲ ਜਿਹੜੀ ਤੁਸੀਂ ਆਪਾਂ ਵਿੱਚੇ ਰਹਿ ਗਈ ਪ੍ਰੈਜ਼ੀਡੈਂਟ ਰਾਸ਼ਟਰਪਤੀ ਵਾਲੀ ਗੱਲ, ਉਹ ਗੱਲ ਵੀ ਬੜੀ ਆਪਣੇ ਆਪ 'ਚ ਵੱਡੀ ਗੱਲ ਹੈਗੀ ਹੈ ਕਿ ਸਾਡੇ ਦੇਸ਼ ਦੇ ਅੰਦਰ ਇਲ ਇਨਫਾਰਮਡ ਪ੍ਰਧਾਨ ਮੰਤਰੀ, ਜਿਨ੍ਹਾਂ ਨੂੰ ਪੂਰੀ ਵਾਕਫੀਅਤ ਥੱਲੇ ਧਰਾਤਲ ਤੇ ਕੀ ਹੋ ਰਿਹਾ ਉਹਦੇ ਤੋਂ ਅੰਧੇਰੇ 'ਚ ਰੱਖਿਆ ਜਾਂਦਾ, ਪੂਰੀ ਵਾਕਫੀਅਤ ਇਨਫੋਰਮੇਸ਼ਨ ਉੱਪਰ ਨਹੀਂ ਪਹੁੰਚਣ ਦਿੱਤੀ ਜਾਂਦੀ ਤੇ ਫੈਸਲੇ ਕੋਈ ਕੋਟਰੀ ਜਿਵੇਂ ਕਰਾ ਰਹੀ ਹੋਵੇ, ਉਸੇ ਹੀ ਤੁਸੀਂ ਗੱਲ ਨੂੰ ਤਰਕ ਨੂੰ ਜੇ ਅੱਗੇ ਤੋਰ ਕੇ ਦੇਖੋ ਤਾਂ ਉਹ ਦੇਸ਼ ਦਾ ਪ੍ਰੈਜ਼ੀਡੈਂਟ ਜਿਹੜੀ ਸਭ ਤੋਂ ਉੱਚੀ ਪੋਸਟ ਹੈ ਸਾਡੇ ਦੇਸ਼ ਦੇ ਅੰਦਰ, ਸੰਵਿਧਾਨਕ ਸਭ ਤੋਂ ਉੱਚੀ, ਉਹ ਵੀ ਪ੍ਰਧਾਨ ਮੰਤਰੀ ਦੇ ਦਫ਼ਤਰ ਜਾਂ ਪ੍ਰਧਾਨ ਮੰਤਰੀ ਦੀ ਸਹਿਮਤੀ ਤੋਂ ਬਗੈਰ ਕਿਸੇ ਨੂੰ ਮਿਲ ਨਹੀਂ ਸਕਦੇ। ਇਹ ਕਹਿੰਦੇ ਕਿ ਮੈਨੂੰ ਕਿਵੇਂ ਪਤਾ ਲੱਗਾ, ਮਲਕ ਸਾਹਿਬ ਨੇ ਕਰਨ ਨੂੰ ਦੱਸਿਆ, ਕਰਨ ਥਾਪਰ ਨੂੰ, ਕਿ ਮੈਂ ਜਿਹੜੇ ਹੁਣ ਵਾਲੇ ਰਾਸ਼ਟਰਪਤੀ ਆ ਮੁਰਮੂ ਜੀ, ਉਹਨਾਂ ਨੂੰ ਮਿਲਣ ਜਾ ਰਿਹਾ ਸੀ, ਅੱਧ 'ਚ ਹੀ ਫੋਨ ਆ ਗਿਆ ਕਿ ਦੇਖੋ ਭਾਈ ਉਹ ਤੇ ਮਿਲ ਨਹੀਂ ਸਕਦੇ, ਕਿਤੇ ਉਹ ਬਿਜ਼ੀ ਹੋ ਗਏ। ਤੇ ਪਤਾ ਤੇ ਲੱਗ ਹੀ ਜਾਂਦਾ ਪੋਲੀਟੀਸ਼ੀਅਨਾਂ ਨੂੰ ਕਿ ਬਿਜ਼ੀ ਦਾ ਮਤਲਬ ਕੀ ਹੈਗਾ। ਤਾਂ ਉਹਨਾਂ ਨੇ ਉੱਥੋਂ ਹੀ ਕਿਸੇ ਆਪਣੇ ਬੰਦੇ ਤੋਂ ਪੁੱਛਿਆ ਵੀ ਗੱਲ ਕੀ ਹੈ। ਉਹ ਕਹਿੰਦੇ ਜੀ ਤੁਹਾਡਾ ਪ੍ਰੋਗਰਾਮ ਪਾਸ ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਨਹੀਂ ਹੋਇਆ, ਤੇ ਗੱਲ ਖਤਮ ਹੋ ਗਈ। ਇਥੋਂ ਪਤਾ ਲੱਗਦਾ ਆ ਕਿ ਜਿਹੜਾ ਵੀ ਕਿਹਨੂੰ ਮਿਲਣਾ ਕਿਹਨੂੰ ਨਹੀਂ ਮਿਲਣਾ, ਕਿੱਥੇ ਜਾਣਾ ਕਿੱਥੇ ਨਹੀਂ ਜਾਣਾ, ਰਾਸ਼ਟਰਪਤੀ ਦੇ ਪ੍ਰੋਗਰਾਮ ਰਾਸ਼ਟਰਪਤੀ ਨਹੀਂ ਬਣਾਉਂਦਾ, ਪ੍ਰਧਾਨ ਮੰਤਰੀ ਦਾ ਦਫ਼ਤਰ ਹੀ ਬਣਾਉਂਦਾ। ਤੇ ਜੇ ਉਹ ਮਿਲਦੇ ਤੇ ਸ਼ਾਇਦ ਹੋ ਸਕਦਾ ਸੀ ਕਿ ਉੱਥੇ ਕੁਝ ਹੋਰ ਕਿਸਮ ਦੀ ਰਾਜਨੀਤਿਕ ਚਰਚਾ ਵੀ ਛਿੜ ਜਾਂਦੀ, ਇਸ ਕਰਕੇ ਉਹ ਮਨਾ ਦੇ ਮਨਾ ਹੀ ਰਹਿ ਗਏ। ਹਾਂਜੀ, ਬਸ ਕਾਫੀ ਕੁਝ ਹੋ ਗਿਆ। ਮਤਲਬ ਇੱਥੋਂ ਹੁਣ ਸਾਡੇ ਦਰਸ਼ਕ ਅੰਦਾਜ਼ਾ ਲਗਾ ਸਕਦੇ ਨੇ ਕਿ ਸੰਵਿਧਾਨ ਕਿੱਥੇ ਖੜਾ ਹੈ, ਦੇਸ਼ ਵਾਸੀ ਕਿੱਥੇ ਖੜੇ ਨੇ, ਦੇਸ਼ ਕਿੱਥੇ ਖੜਾ ਹੈ, ਲੋਕਤੰਤਰ ਕਿੱਥੇ ਖੜਾ ਹੈ। ਇੱਕ ਫਾਈਨਲ ਤੁਹਾਡੇ ਵੱਲੋਂ ਜਵਾਬ ਚਾਹੀਦਾ ਹੈ ਮਨਜੀਤ ਜੀ, ਫਾਈਨਲ ਵਰਡਸ। ਬਿਲਕੁਲ, ਮੈਨੂੰ ਜਿਹੜੀ ਉਹ ਸਾਰੀ ਇੰਟਰਵਿਊ 'ਚ ਜਿਹੜੀ ਚੰਗੀ ਉਹਨਾਂ ਦੀ ਗੱਲ ਲੱਗੀ, ਬਾਕੀ ਸਾਰਾ ਕੁਝ ਤੇ ਉਹਨਾਂ ਬੜੀ ਦਬੰਗੀ ਨਾਲ ਤੇ ਬੜੇ ਭਰੋਸੇ ਨਾਲ ਕਿਹਾ ਕਿ ਮੈਂ ਇਸ ਗੱਲ ਤੋਂ ਹੈਰਾਨ ਸੀ ਕਿ ਉਹ ਬੀਜੇਪੀ 'ਚ ਹੁੰਦੇ ਹੋਏ, ਗਵਰਨਰ ਹੁੰਦੇ ਹੋਏ, ਉਹਨਾਂ ਨੇ ਇਹ ਗੱਲ ਕਹੀ ਕਿ ਰਾਹੁਲ ਗਾਂਧੀ ਜਿਹੜਾ ਉਹ ਰਾਈਟ ਟਰੈਕ ਤੇ ਆ, ਔਰ ਭਾਰਤ ਜੋੜੋ ਯਾਤਰਾ ਬਾਅਦ ਉਹਨਾਂ ਦਾ ਜਿਹੜਾ ਇਮੇਜ ਹੈ ਉਹ ਕੁਝ ਚੰਗਾ ਹੋਇਆ ਆ, ਉਹ ਸਿਆਣੇ ਵੀ ਲੱਗਦੇ ਆ, ਸਹੀ ਸਟੇਟਮੈਂਟ ਦੇ ਰਹੇ ਆ। ਤੇ ਲੱਗਦਾ ਇੰਜ ਹੈ ਕਿ ਰਾਜਨੀਤੀ 'ਚ ਗਵਰਨਰ ਸਾਹਿਬ ਕਿਸੇ ਵੇਲੇ ਕੁੱਦਣਗੇ। ਹੋ ਸਕਦਾ ਕਾਂਗਰਸ ਦਾ ਧੜਾ, ਜਾਨੀ ਜਿਹੜਾ ਇਹਨਾਂ ਦਾ ਬਣੂ, ਯੂਪੀਏ ਬਣੇ ਜਾਂ ਜੋ ਵੀ ਬਣੇ, ਉਹਨਾਂ 'ਚੋਂ ਉਹਨਾਂ ਨੂੰ ਇੱਕ ਅੱਧੀ ਟਿਕਟ ਜਿੱਥੋਂ ਵੀ ਜਾਟ ਬੈਲਟ ਤੋਂ ਦੇ ਦੇਣਗੇ, ਉਹ ਬੜੇ ਆਰਾਮ ਦੇ ਨਾਲ ਹੈਂਡਸ ਡਾਊਨ ਜਿਹੜਾ ਜਿੱਤ ਜਾਣਗੇ। ਔਰ ਫਿਰ ਲੱਗਦਾ ਕਿ ਇਹੋ ਜਿਹੇ ਬੰਦੇ ਜਾ ਕੇ ਰਾਜ ਸਭਾ ਦਾ ਸਪੀਕਰ ਜਾਂ ਉਪ ਰਾਸ਼ਟਰਪਤੀ ਉੱਥੇ ਤੱਕ ਆਰਾਮ ਨਾਲ ਪਹੁੰਚ ਸਕਦੇ ਹੁੰਦੇ ਆ। ਬਾਕੀ ਰੱਬ ਰਾਖਾ, ਆਉਣ ਵਾਲੇ ਸਮੇਂ 'ਚ ਦੇਖਦੇ ਆ। ਦੂਸਰੀ ਗੱਲ ਜਿਹੜੀ ਇਹਦੇ 'ਚੋਂ ਇਹ ਤਾਂ ਸਾਡੀ ਚਰਚਾ ਹੋ ਰਹੀ ਸੀ, ਦੇਖਣ ਨੂੰ ਮਿਲ ਰਹੀ ਹੈ ਕਿ ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਦੇ ਵਿਰੁੱਧ ਬੋਲੇ, ਉਂਝ ਉਹਨਾਂ ਨੇ ਕੋਈ ਬਹੁਤਾ ਹੋਮ ਮਿਨਿਸਟਰ ਜਿਹੜੇ ਹੁਣ ਵਾਲੇ ਅਮਿਤ ਸ਼ਾਹ ਵਿਰੁੱਧ ਨਹੀਂ ਕੋਈ ਗੱਲ ਕਹੀ। ਤਾਂ ਕਿਤੇ ਇਹ ਵੀ ਵਿੱਚ ਸੋਚਦੇ ਆ ਲੋਕ ਕਿ ਕਿਤੇ ਪ੍ਰਧਾਨ ਮੰਤਰੀ ਹੁਣ ਥੋੜੇ ਜਿਹੇ ਵੱਡੀ ਉਮਰ ਦੇ ਹੁੰਦੇ ਜਾਂਦੇ ਆ ਤੇ ਨੰਬਰ 2 ਨੂੰ ਅੱਗੇ ਲਿਆ ਕੇ ਤੇ ਮਲਕ ਸਾਹਿਬ ਕਿਤੇ ਆਪਣੀ ਇੰਟਰਵਿਊ ਦੀ ਟੋਨ ਉਧਰ ਨੂੰ ਤਾਂ ਨਹੀਂ ਸੀ ਲਿਜਾ ਰਹੇ ਕਿ ਉੱਤਰ ਕਾਂਟੋ ਮੈਂ ਚੜਾਂ, ਕਿ ਬਥੇਰਾ ਹੋ ਗਿਆ, ਹੁਣ ਹੋਮ ਮਿਨਿਸਟਰ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠ ਕੇ ਥੋੜਾ ਦੇਖ ਲੈਣ ਦਿਓ ਕਿ ਉਹ ਕਿੰਨੀ ਕੁ ਗਰਮ ਆ ਤੇ ਕਿੰਨੀ ਕੁ ਆਰਾਮਦੇਹ ਹੈਗੀ। ਹਾਂਜੀ ਮਨਜੀਤ ਜੀ, ਬਹੁਤ ਬਹੁਤ ਸ਼ੁਕਰੀਆ ਇਸ ਸਬਜੈਕਟ ਦੇ ਉੱਤੇ ਤੁਸੀਂ ਸਾਨੂੰ ਐਨਲਾਈਟਨ ਕੀਤਾ। ਥੈਂਕ ਯੂ ਸੋ ਮਚ ਮਨਜੀਤ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਆਪਣੇ ਦਰਸ਼ਕਾਂ ਨੂੰ ਅਸੀਂ ਗੁਜ਼ਾਰਿਸ਼ ਕਰਾਂਗੇ ਇਸ ਸਬਜੈਕਟ ਦੇ ਉੱਤੇ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।